ठीक है, फिर माइंड ना करन सर, ਤੁਸੀਂ क्योंकि ਉਹਨਾਂ ਦਾ ਨੇਮ ਵਿੱਚ ਹੈ ਨਾ। ਠੀਕ ਹੈ ਸਰ ਇੱਕ ਚੈਟ ਡਿਸੇਬਲ ਕਰ ਦਿਓ, ਇਹ ਡਿਸਟਰਬੈਂਸ ਬਹੁਤ ਕ੍ਰੀਏਟ ਕਰਦੀ ਹੈ। ਠੀਕ ਹੈ ਹਾਂਜੀ, ਗੁੱਡ ਮਾਰਨਿੰਗ ਸਰ। Very good morning, ma'am. ਸਰ ਕਰੀਏ ਜੀ ਸਟਾਰਟ। Participants ਸਾਰੇ ਆ ਜਾਂਦੇ। So in the meanwhile, ਸਾਰੇ participants ਜੁੜਦੇ ਆ। Let me start. So ਅੱਜ ਦਾ ਇਹ ਟੌਪਿਕ ਜਿਨ੍ਹਾਂ ਲੋਕਾਂ ਨੇ ਜੁਆਇਨ ਕੀਤਾ ਉਹਨਾਂ ਦੇ in the meanwhile ਬਾਕੀ ਲੋਕ ਵੀ ਜੁਆਇਨ ਕਰ ਲੈਣਗੇ। ਸੋ ਆਪਾਂ ਇਹ ਪਹਿਲੀ ਕੜੀ ਹੈਗੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਉੱਤੇ ਫਿਊ ਪ੍ਰੈਜੈਂਟੇਸ਼ਨਸ ਬਣਾਈਆਂ ਜਿਹੜੀਆਂ ਅਸੀਂ ਸਾਰਿਆਂ ਨਾਲ ਡਿਸਕਸ ਕਰਾਂਗੇ। ਸੋ ਆਈ ਵਿਸ਼ ਕਿ ਇਹਨੂੰ ਸਾਰੇ ਜਿਹੜੇ ਆਪਣੇ ਇੰਸਟਰਕਟਰ ਸਾਹਿਬਾਨ ਹੈਗੇ ਆ, ਜਿਨ੍ਹਾਂ ਆਪਣੇ ਸਟਾਫ ਮੈਂਬਰਸ ਹੈਗੇ ਆ, ਜ਼ਰੂਰ ਇਹਨੂੰ ਗੋ ਥਰੂ ਹੋਣ, ਕਿਉਂਕਿ ਆਫਟਰ ਵੈਰੀ ਲੌਂਗ ਟਾਈਮ ਇੰਡੀਅਨ ਗਵਰਨਮੈਂਟ ਨੇ ਜਿਹੜੀ ਹੈ, ਸਾਡੀ ਸਰਕਾਰ ਨੇ ਇਹ ਪਾਲਿਸੀ ਜਿਹੜੀ ਹੈ ਉਹ ਇਸ਼ੂ ਕੀਤੀ ਹੈ ਔਰ ਇਸ ਪਾਲਿਸੀ ਦੇ ਨਾਲ ਮੇਜਰ ਟਰਾਂਸਫਾਰਮੇਸ਼ਨਸ ਹੋਣਗੀਆਂ। ਸੋ ਐਜੂਕੇਸ਼ਨ ਦਾ ਜੋ ਬੇਸਿਕ ਮਤਲਬ ਹੈ, ਜੋ ਡੈਫੀਨੇਸ਼ਨ ਹੈਗਾ, ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇਸ ਪਾਲਿਸੀ ਦਾ ਜੋ ਮੈਂ ਸਮਝ ਪਾ ਰਿਹਾ ਉਹ ਅਸੀਂ ਵੀ ਇਹਨੂੰ ਅਜੇ ਜਿੰਨਾ ਇਹਨੂੰ ਪੜਾਂਗੇ ਉਹਨਾਂ ਜ਼ਿਆਦਾ ਸਮਝ ਪਾਵਾਂਗੇ। ਸੋ ਮੈਂ ਸਾਰਿਆਂ ਨੂੰ ਰਿਕੁਐਸਟ ਵੀ ਕਰਾਂਗਾ ਕਿ ਤੁਹਾਡੇ ਵਿੱਚੋਂ ਵੀ ਜ਼ਰੂਰ ਕੁਝ ਲੋਕ ਅੱਗੇ ਆਣ ਔਰ ਇਹਦੇ ਉੱਤੇ ਲੈਕਚਰ ਲੈਣ, ਤਾਂ ਕਿ ਇਹ ਐਸਾ ਵਿਸ਼ਾ ਹੈਗਾ, ਇਹ ਬੜੀ ਡੈਲੀਬਰੇਸ਼ਨ ਤੋਂ ਬਾਅਦ ਇਹਨੂੰ ਫਾਈਨਲ ਕੀਤਾ ਗਿਆ। ਡਰਾਫਟ ਪਾਲਿਸੀ ਇਸ਼ੂ ਹੋਈ, ਉਹਦੇ ਉੱਤੇ ਡੈਲੀਬਰੇਸ਼ਨਸ ਇਨਵਾਈਟ ਕੀਤੀਆਂ, ਸੁਜੈਸ਼ਨਸ ਇਨਵਾਈਟ ਕੀਤੇ, ਉਸ ਤੋਂ ਬਾਅਦ ਇਹ ਫਾਈਨਲ ਕੀਤੀ ਹੈ। ਸੋ ਸਟਿਲ ਇਹਨੂੰ ਬੜਾ ਕੰਸੀਡਰ ਕਰਨ ਦੀ ਲੋੜ ਹੈ, ਕਿਉਂਕਿ ਜੋ ਸਮਝ ਚ ਆ ਰਿਹਾ ਹੈ ਇਟ ਵਿਲ ਬੀ ਅ ਮੇਜਰ ਟਰਾਂਸਫਾਰਮ। ਆਬਜੈਕਟਿਵ ਗਵਰਨਮੈਂਟ ਦਾ ਕਲੀਅਰ ਹੈ ਕਿ ਬੱਚਿਆਂ ਦਾ ਜਿਹੜਾ ਉਹ ਕੈਰੀਅਰ ਇਹਦੇ ਨਾਲ ਬਣੇ ਔਰ ਐਜੂਕੇਸ਼ਨ ਦਾ ਜੋ ਅਸਲੀ ਮਤਲਬ ਹੈਗਾ ਉਹ ਬੱਚਿਆਂ ਦੇ ਕੈਰੀਅਰ ਦੇ ਵਿੱਚ ਰਿਫਲੈਕਟ ਹੋਵੇ, ਇੱਕ ਅੱਛੇ ਸਿਟੀਜ਼ਨ ਬਣਨ ਔਰ ਅੱਛੀ ਵੈਲਿਊਜ਼ ਲੈ ਕੇ ਉਹ ਅੱਛੀ ਅਰਨਿੰਗ ਜਿਹੜੀ ਹੈ ਉਹ ਗੇਨ ਕਰ ਸਕਣ। ਸੋ around 200 I thought ke 200 to baad formally we will start. So my name is Vijender Dhawan. I am Deputy Director with Technical Education Punjab. I humbly welcome you all in this present lecture. So my colleague Mrs. Maninder Kaur, she is a very senior colleague in she is working in ITI Anandpur Sahab. So she would be taking this lecture with a very great pain. She has done all this paid work.
ਸੋ ਮੈਂ ਸਾਰਿਆਂ ਦਾ ਸਵਾਗਤ ਕਰਦੇ ਹੋਏ ਅੱਜ ਦਾ ਸੈਸ਼ਨ ਸ਼ੁਰੂ ਕਰਦਾ। I think Maninder, we should start. Yes, sir. Okay. So Maninder, over to you. जी सर, थैंक यू सर। मेरा ਅੱਜ ਦੇ ਸੈਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਡਿਪਾਰਟਮੈਂਟ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਪੰਜਾਬ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਔਰ ਮੇਰੇ ਨਾਲ ਮੇਰੇ ਸਹਿਯੋਗੀ ਨੇ ਸਾਡੇ ਡਿਪਟੀ ਡਾਇਰੈਕਟਰ ਸ਼੍ਰੀ ਵਿਜੇਂਦਰ ਰਵਨ ਜੀ, ਜਿਹੜੇ ਕਿ ਇਹ ਸਾਰਾ ਆਨਲਾਈਨ ਐਜੂਕੇਸ਼ਨ ਦੀ ਰਿਸਪੌਂਸਿਬਿਲਿਟੀ ਜਿਨ੍ਹਾਂ ਨੇ ਲਈ ਹੋਈ ਹੈ ਔਰ ਬੜੀ ਬਾਖੂਬੀ ਤਰੀਕੇ ਨਾਲ ਉਹ ਸਾਨੂੰ ਸਾਰਿਆਂ ਨੂੰ ਕੋਆਰਡੀਨੇਟ ਕਰਕੇ ਮੋਟੀਵੇਸ਼ਨ ਦੇ ਨਾਲ ਇਹ ਸਾਰਾ ਕੰਮ ਵਧੀਆ ਤਰੀਕੇ ਨਾਲ ਕਰਵਾ ਰਹੇ ਨੇ। ਤਾਂ ਆਓ ਅਸੀਂ ਅੱਜ ਦੇ ਟੌਪਿਕ ਬਾਰੇ ਗੱਲ ਕਰਦੇ ਹਾਂ। ਜਿਵੇਂ ਕਿ ਸਾਡੀ ਇੰਡੀਅਨ ਗਵਰਨਮੈਂਟ ਨੇ ਲੇਟੈਸਟ ਹੀ ਇਸੇ ਮਹੀਨੇ ਵਿੱਚ ਨੈਸ਼ਨਲ ਐਜੂਕੇਸ਼ਨ ਪਾਲਿਸੀ ਲਾਂਚ ਕੀਤੀ ਹੈ, ਜੋ ਕਿ ਸਾਡੇ ਸਾਰਿਆਂ ਲਈ ਬਹੁਤ ਜ਼ਿਆਦਾ ਫਰੂਟਫੁਲ ਲਾਹੇਵੰਦ ਸਾਬਤ ਹੋਏਗੀ ਔਰ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਦੇ ਲਈ ਉਹਨਾਂ ਲਈ ਬਹੁਤ ਜ਼ਿਆਦਾ ਫਰੂਟਫੁਲ ਸਾਬਿਤ ਹੋਏਗੀ। ਤਾਂ ਜੋ ਜਿਹੜੇ ਸਾਡਾ ਅੱਜ ਦਾ ਯੂਥ ਹੈ ਉਹ ਫੋਰਨ ਜਾਣ ਦਾ ਜੋ ਕ੍ਰੇਜ਼ ਸਾਡੇ ਕੰਟਰੀ ਵਿੱਚ ਦੇਖਿਆ ਜਾ ਰਿਹਾ, ਫੋਰਨ ਜਾ ਕੇ ਸਟੱਡੀ ਕਰਨ ਦਾ, ਸੈਟਲ ਹੋਣ ਦਾ, ਉਸਨੂੰ ਰੋਕਿਆ ਜਾ ਸਕੇ। ਇੰਡੀਆ ਦੀ ਜਿਹੜੀ ਇਕੋਨੋਮੀ ਹੈ ਉਸਨੂੰ ਸਟੇਬਲ ਕੀਤਾ ਜਾਵੇ ਔਰ ਆਪਣੀ ਜਿਹੜੀ ਐਜੂਕੇਟਿਡ ਸਕਿੱਲ ਯੂਥ ਹੈਗੀ ਹੈ ਉਸਨੂੰ ਆਪਣੀ ਹੀ ਕੰਟਰੀ ਦੇ ਵਿੱਚ ਇੰਪਲੋਇਮੈਂਟ ਦੇ ਮੌਕੇ ਮਿਲ ਸਕਣ। ਤਾਂ ਆਓ ਅਸੀਂ ਅੱਜ ਦੇ ਆਪਣੇ ਟੌਪਿਕ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਇੰਡੀਅਨ ਜਿੰਨੇ ਵੀ ਸਿਟੀਜ਼ਨਸ ਹੈਗੇ ਆ ਸਾਰਿਆਂ ਨੂੰ ਇਸ ਚੀਜ਼ ਦੀ ਮੁਬਾਰਕਬਾਦ ਦੇਣਾ ਚਾਹੁੰਦੀ ਹਾਂ ਕਿ 36 ਸਾਲ ਦੇ ਲੰਬੇ ਅਰਸੇ ਤੋਂ ਬਾਅਦ ਸਾਡੀ ਸਰਕਾਰ ਨੇ ਇਹ ਬਹੁਤ ਵੱਡਾ ਤੇ ਬਹੁਤ ਵਧੀਆ ਫੈਸਲਾ ਲਿਆ ਹੈ, ਜਿਸ ਨਾਲ ਕਿ ਸਾਡੇ ਬੱਚੇ, ਸਾਡੇ ਆਉਣ ਵਾਲੀਆਂ ਨਸਲਾਂ, ਸਾਡੇ ਆਉਣ ਵਾਲੇ ਜਿਹੜੇ ਬੱਚੇ ਹੋਣਗੇ ਉਹਨਾਂ ਨੂੰ ਪੜ੍ਹਨ ਦੇ ਲਈ ਬਾਹਰ ਨਹੀਂ ਜਾਣਾ ਪਏਗਾ, ਫੋਰਨ ਕੰਟਰੀਜ਼ ਵਿੱਚ ਨਹੀਂ ਜਾਣਾ ਪਏਗਾ। ਇਹ ਫੋਰਨ ਕੰਟਰੀਜ਼ ਦੇ ਜਿਹੜਾ ਨੀਡ ਦੇ ਬੇਸ ਦੇ ਉੱਤੇ ਹੀ ਇਹ ਪਾਲਿਸੀ ਲਾਂਚ ਕੀਤੀ ਗਈ ਹੈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਦੀ ਇੰਟਰੋਡਕਸ਼ਨ ਦੇਣਾ ਚਾਹਾਂਗੀ ਕਿ ਨੈਸ਼ਨਲ ਐਜੂਕੇਸ਼ਨਲ ਪਾਲਿਸੀ 2020 ਕੀ ਹੈ। The Indian government replaced a 34-year-old national policy on education framed in 1986 with the new education policy of 2020। ਸਾਡੀ ਭਾਰਤ ਸਰਕਾਰ ਨੇ ਸਾਡੀ 34 ਸਾਲਾਂ ਜਿਹੜੀ ਨੈਸ਼ਨਲ ਪਾਲਿਸੀ ਐਜੂਕੇਸ਼ਨ ਦੀ, ਜੋ ਕਿ 1986 ਵਿੱਚ ਫਰੇਮ ਕੀਤੀ ਗਈ ਸੀ, ਹੁਣ ਤੱਕ ਉਹੀ ਚੱਲਦੀ ਸੀ, ਉਸਨੂੰ ਰਿਪਲੇਸ ਕੀਤਾ ਹੈ ਸਾਡੀ ਅੱਜ ਦੀ 2020 ਦੀ ਨਵੀਂ ਐਜੂਕੇਸ਼ਨ ਪਾਲਿਸੀ ਦੇ ਨਾਲ। Education is fundamental for achieving full human potential, developing an equitable and just society and promoting national development। ਜਿਹੜਾ ਸਿੱਖਿਆ ਦਾ ਅਧਿਕਾਰ ਹੈ ਇਹ ਸਾਰਿਆਂ ਦਾ ਮੌਲਿਕ ਮੁੱਢਲਾ ਅਧਿਕਾਰ ਹੈ, ਜਿਸ ਦੇ ਨਾਲ ਕਿ ਹਰ ਇੱਕ ਸੰਭਾਵਿਤ, ਹਰ ਇੱਕ ਜੋ ਤਰੱਕੀ ਹੈ ਉਸਨੂੰ ਸੰਪੂਰਨ ਕੀਤਾ ਜਾ ਸਕਦਾ ਹੈ। ਸਾਡੀ ਜਿਹੜੀ ਨੇਸ਼ਨ ਹੈ ਉਹਦੀ ਤਰੱਕੀ ਦੇ ਵਿੱਚ ਉਹਨੂੰ ਪ੍ਰਮੋਟ ਕੀਤਾ ਜਾ ਸਕਦਾ ਹੈ। ਜਿਵੇਂ ਕਿ ਮੈਂ ਤੁਹਾਨੂੰ ਜਿਵੇਂ ਕਿ ਸ਼ੁਰੂ ਚ ਮੈਂ ਦੱਸਿਆ ਕਿ ਐਜੂਕੇਸ਼ਨ ਦੀ ਬੇਸਿਕ ਡੈਫੀਨੇਸ਼ਨ ਹੈ, ਉਹ ਮੈਡਮ ਨੇ ਆਪਣੇ ਇਹਦੇ ਵਿੱਚ ਦੱਸਿਆ ਤੁਹਾਨੂੰ ਕਿ ਆਫਟਰ 34 years 1986 ਦੇ ਵਿੱਚ ਐਜੂਕੇਸ਼ਨ ਪਾਲਿਸੀ ਵਾਸ ਫਰੇਮਡ। Then great efforts were done after 10 years even, then after 15 years ਇਹਨੂੰ ਐਜੂਕੇਸ਼ਨ ਪਾਲਿਸੀ ਦੇ ਉੱਤੇ ਲੋਕਾਂ ਦੇ ਸੁਝਾਅ ਵੀ ਮੰਗੇ ਗਏ, ਇਹਨੂੰ ਰਿਵਾਈਜ਼ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਸੋ ਇਟ ਵਾਜ਼ ਅ ਕੰਟੀਨਿਊਅਸ ਪ੍ਰੋਸੈਸ ਸਿੰਸ ਗ੍ਰੇਟ ਐਕਸਪਰਟਸ ਵਰ ਇਨਵੋਲਵਡ। ਕਾਫੀ ਟੌਪ ਲੈਵਲ ਦੇ ਮਤਲਬ PM ਹਾਊਸ ਦੇ ਨਾਲ ਰਿਲੇਟਿਡ ਜਿਹੜੇ ਬੰਦੇ ਸੀਗੇ, ਉਹਨਾਂ ਨੇ ਇਹਨਾਂ ਦੇ ਇਸ ਐਜੂਕੇਸ਼ਨ ਪਾਲਿਸੀ ਨੂੰ 1986 ਦੇ ਵਿੱਚ ਫਰੇਮ ਕੀਤਾ ਸੀਗਾ। ਐਂਡ ਉਸ ਤੋਂ ਬਾਅਦ ਕਾਫੀ ਐਫਰਟਸ ਤੋਂ ਬਾਅਦ ਨਾਓ ਜਿਹੜੀ ਹੈ 2020 ਦੇ ਵਿੱਚ ਹੈ ਇਹ ਫਾਈਨਲ ਕੀਤੀ ਗਈ। ਸੋ ਜਿਵੇਂ ਮੈਂ ਦੱਸਿਆ ਸੀਗਾ ਕਿ ਆਪਾਂ ਐਜੂਕੇਸ਼ਨ ਦੀ ਡੈਫੀਨੇਸ਼ਨ, ਤੁਸੀਂ ਟੀਚਰ ਟ੍ਰੇਨਿੰਗ ਕੋਰਸਿਸ ਕੀਤੇ ਆ ਜਾਂ ਜਿਨ੍ਹਾਂ ਨੇ B.Ed ਕੀਤੀ ਹੈ, ਸੋ ਇਸ ਦੇयर ਆਰ ਵੇਰੀਅਸ ਡੈਫੀਨੇਸ਼ਨਸ। ਅਸੀਂ ਇੱਕ ਇੱਥੇ ਕੋਟ ਕੀਤੀ ਹੈ ਕਿ ਐਜੂਕੇਸ਼ਨ ਇਜ਼ ਫੰਡਾਮੈਂਟਲ ਫॉर ਅਚੀਵਿੰਗ ਫੁੱਲ ਹਿਊਮਨ ਪੋਟੈਂਸ਼ੀਅਲ। ਆਪਾਂ ਜਿਵੇਂ ਸੁਣਦੇ ਸੀਗੇ ਕਿ ਫੋਰਨ ਦੀ ਪੜ੍ਹਾਈ ਦੀ ਸਾਡੇ ਇੱਥੋਂ ਨਾਲੋਂ ਬੜੀ ਡਿਫਰੈਂਟ ਹੈ, ਉਹਨਾਂ ਦਾ ਤਰੀਕਾ ਹੀ ਅਲੱਗ ਹੈਗਾ।
ਸੋ ਉਹ ਕੀ ਮਤਲਬ ਆਬਜੈਕਟਿਵ ਜਿਹੜਾ ਹੈ ਐਜੂਕੇਸ਼ਨ ਦਾ, ਚਾਹੇ ਉਹ ਫੋਰਨ ਅਬਰੋਡ ਦੀ ਯੂਨੀਵਰਸਿਟੀਜ਼ ਦੀ ਸਕੂਲ ਐਜੂਕੇਸ਼ਨ ਦੀ ਗੱਲ ਕਰੀਏ, ਚਾਹੇ ਸਾਡੀ ਕਰੀਏ, that is to explore and to achieve full human potential। ਆਪਾਂ ਸੁਣਦੇ ਹਾਂ ਕਿ ਜੀ ਬੰਦੇ ਦੀ ਬਹੁਤ ਕਾਬਲੀਅਤ ਹੁੰਦੀ ਹੈ, ਇਨਸਾਨ ਜੋ ਚਾਹੇ ਉਹ ਪ੍ਰਾਪਤ ਕਰ ਸਕਦਾ। ਆਪਾਂ ਇਹ ਆਮ ਸੁਣਦੇ ਹਾਂ। ਸੋ ਫੁੱਲ ਹਿਊਮਨ ਪੋਟੈਂਸ਼ੀਅਲ ਨੂੰ ਅਚੀਵ ਨਹੀਂ ਕਰਦੇ ਆਪਾਂ, ਆਪਣੀ ਕੈਰੀਅਰ ਗਰੋਥ ਦੇ ਵਿੱਚ ਬੱਚੇ ਨਹੀਂ ਅਚੀਵ ਕਰ ਸਕਦੇ, ਆਪਾਂ ਨਹੀਂ ਅਚੀਵ ਕਰ ਸਕਦੇ। ਬਟ ਐਜੂਕੇਸ਼ਨ ਦਾ ਮੇਨ ਆਬਜੈਕਟਿਵ ਇਜ਼ ਟੂ ਅਚੀਵ ਫੁੱਲ ਹਿਊਮਨ ਪੋਟੈਂਸ਼ੀਅਲ, ਟੂ ਡਿਵੈਲਪਿੰਗ ਐਨ ਇਕੁਇਟੇਬਲ ਐਂਡ ਜਸਟ ਸੋਸਾਇਟੀ। ਪਹਿਲੀ ਆਪਾਂ ਪੋਟੈਂਸ਼ੀਅਲ ਡਿਵੈਲਪ ਕਰਨ ਦੇ ਲਈ ਐਜੂਕੇਸ਼ਨ ਹੈਲਪ ਕਰਦੀ ਹੈ। ਦੈਨ ਡਿਵੈਲਪਿੰਗ ਐਨ ਇਕੁਇਟੇਬਲ ਐਂਡ ਜਸਟ ਸੋਸਾਇਟੀ, ਇੱਕ ਐਸੀ ਸੋਸਾਇਟੀ ਬਿਲਡ ਕਰਨ ਦੇ ਵਿੱਚ ਮਦਦ ਕਰਦੀ ਹੈ ਐਜੂਕੇਸ਼ਨ ਸਿਸਟਮ, ਜਿਹੜਾ ਕਿ ਇਕੁਇਟੇਬਲ ਹੋਏ, ਜਸਟ ਹੋਏ, ਜਿਹੜਾ ਕਿ ਇਨਸਾਫ ਪਸੰਦ ਹੋਏ ਔਰ ਸਾਰਿਆਂ ਦੇ ਲਈ ਬਰਾਬਰਤਾ ਹੋਵੇ। ਆਪਾਂ ਇਹਨੂੰ ਜਿਵੇਂ ਕਹਿੰਦੇ ਆ ਕਿ ਕਮਿਊਨਿਸਟ ਕੰਟਰੀਜ਼ ਦੇ ਵਿੱਚ ਹੈਗਾ ਜੀ ਸਾਰੇ ਬਰਾਬਰ ਦੇ ਹੈਗੇ ਆ, ਜਾਂ ਆਪਾਂ ਇਹ ਚਾਹੁੰਦੇ ਆ ਕਿ ਸਾਡਾ ਜਿਵੇਂ ਹੈਗਾ ਕਿ ਸਾਡੇ ਦੇਸ਼ ਦੇ ਵਿੱਚ ਹੈ ਡਿਫਰੈਂਟ ਧਰਮ ਹੈਗੇ, ਡਿਫਰੈਂਟ ਸੁਸਾਇਟੀਜ਼ ਹੈਗੀਆਂ। ਬਟ ਵੀ ਵਿਸ਼ ਕਿ ਐਜੂਕੇਸ਼ਨ ਇਸ ਤਰ੍ਹਾਂ ਦੇ ਨਾਲ ਆਪਾਂ ਜਿਵੇਂ ਕਹਿੰਦੇ ਆ ਬੱਚਾ ਫਿਊਚਰ ਹੁੰਦਾ ਦੇਸ਼ ਦਾ, ਉਹਨੂੰ ਇਸ ਤਰ੍ਹਾਂ ਡਿਵੈਲਪ ਕੀਤਾ ਜਾਏ, ਉਹਦੀ ਡਿਵੈਲਪਮੈਂਟ ਐਜੂਕੇਸ਼ਨ ਸਿਸਟਮ ਨਾਲ ਇਸ ਤਰ੍ਹਾਂ ਹੋਵੇ ਕਿ ਉਹ ਸਾਰੇ ਜਿਹੜੇ ਸਿਟੀਜ਼ਨ ਹੈ ਉਹਨਾਂ ਨੂੰ ਬਰਾਬਰਤਾ ਦਾ ਅਧਿਕਾਰ ਹੋਵੇ ਔਰ ਇਨਸਾਫ ਹੋਵੇ ਉਸ ਸੋਸਾਇਟੀ ਦੇ ਵਿੱਚ। ਐਂਡ ਪ੍ਰਮੋਟਿੰਗ ਨੈਸ਼ਨਲ ਡਿਵੈਲਪਮੈਂਟ, ਔਰ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਦੇਵੇ। So NEP 2020 announced by Ministry of Higher Education ਨੇ ਇਹਨੂੰ announce ਕੀਤਾ। So it's a welcome move for all the countrymen. It emphasizes on holistic, multidisciplinary education for future nation stakeholders। ਜਿਵੇਂ ਮੈਂ ਕਿਹਾ ਕਿ ਬੱਚੇ ਹੀ ਦੇਸ਼ ਦਾ ਭਵਿੱਖ ਆਪਾਂ ਕਹਿੰਦੇ ਆ, ਸੋ ਉਹਦੇ ਉੱਤੇ ਕੰਸੰਟਰੇਟ ਕਰਦੀ ਹੈ। ਨੈਕਸਟ ਸਲਾਈਡ ਮੈਡਮ। ਨੈਕਸਟ ਸਲਾਈਡ ਪਲੀਜ਼। ਸੋ ਇਸ ਐਜੂਕੇਸ਼ਨ ਸਿਸਟਮ ਦੇ ਵਿੱਚ ਅਗਲੀ ਸਲਾਈਡ ਮੈਡਮ। ਜੀ ਸਰ, ਹੋ ਚੁੱਕੀ। ਆ ਨਹੀਂ ਰਹੀ ਇਹਦੇ ਤੇ ਸਰ, ਮੈਂ ਸਟਾਰਟ ਕਰਾਂ? ਹਾਂਜੀ ਹਾਂਜੀ। schooling starts at the age of 3 years now। The new education policy expands age group 6 to 14 years of mandatory schooling to 3 to 18 years of schooling। The NEP introduces hitherto uncovered 3 years of preschooling, age group of 3 to 6 year under school curriculum। The new system will have 12 years of schooling with 3 years of Anganwadi preschools। ਸੋ ਇਸ ਐਜੂਕੇਸ਼ਨ ਪੋਲਿਸੀ ਦੇ ਵਿੱਚ ਦੇਖੋ ਪ੍ਰੈਕਟੀਕਲੀ ਇਹ ਕੀਤਾ ਗਿਆ ਕਿ ਆਪਾਂ ਸੁਣਦੇ ਆ ਰਹੇ ਹਾਂ ਪਹਿਲਾਂ ਤੋਂ ਹੀ ਇਹ ਸੀਗਾ ਕਿ 6 ਸਾਲ ਦਾ ਬੱਚਾ ਜਿਹੜਾ ਹੈ ਉਹ ਗਵਰਨਮੈਂਟ ਸਕੂਲ ਦੇ ਵਿੱਚ ਦਾਖਲ ਹੁੰਦਾ ਸੀ। ਅੱਛੇ ਸਕੂਲਾਂ ਦੇ ਵਿੱਚ ਵੀ ਆਫਟਰ 6 ਈਅਰ ਉਹਦੀ ਜਿਹੜੀ ਹੈ ਉਹ ਐਡਮਿਸ਼ਨ ਕੀਤੀ ਜਾਂਦੀ ਸੀ, 5+ ਔਰ 6+ ਦੀ ਐਡਮਿਸ਼ਨ ਕੀਤੀ ਜਾਂਦੀ ਸੀ। ਬਟ ਬੱਚੇ ਦੀ ਜੋ ਅੱਜ ਦੀ ਸੋਸਾਇਟੀ ਦੇ ਵਿੱਚ ਡਿਵੈਲਪਮੈਂਟ ਹੈ, ਜੋ ਗਰੋਥ ਹੈਗੀ, 2 ਸਾਲ ਤੋਂ ਬਾਅਦ ਸ਼ਹਿਰਾਂ ਦੇ ਵਿੱਚ ਜਾਂ ਮੈਨੂੰ ਤਾਂ ਲੱਗਦਾ ਸ਼ਾਇਦ ਪਿੰਡਾਂ ਦੇ ਵਿੱਚ ਵੀ ਹੋਏ, ਕਰੈਚੀਜ਼ ਵੀ ਹੈਗੀਆਂ ਜਿਹਨੂੰ ਪ੍ਰੀ ਸਕੂਲ ਕਹਿੰਦੇ ਆ ਜਾਂ ਪ੍ਰੈਪਰੇਟਰੀ ਸਕੂਲਸ ਕਹਿੰਦੇ ਸੀਗੇ, ਜਾਂ ਕਿਡਸ ਸਕੂਲ ਦੇ ਨਾਮ ਦੇ ਉੱਤੇ ਐਸੇ ਪ੍ਰਾਈਵੇਟ ਆਰਗੇਨਾਈਜੇਸ਼ਨਸ ਚੱਲ ਰਹੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਪੇਰੈਂਟਸ ਬੱਚੇ ਨੂੰ ਭੇਜਣਾ ਪਸੰਦ ਕਰਦੇ ਸੀਗੇ ਔਰ ਭੇਜਦੇ ਸੀਗੇ। ਕਿਉਂ ਮੈਡਮ, ਮੈਂ ਠੀਕ ਕਹਿ ਰਿਹਾ? ਹਾਂਜੀ ਜੀ ਸਰ, ਬਿਲਕੁਲ। ਮੇਬੀ ਆਫਟਰ 86 ਹੀ ਆਪਾਂ ਹੁਣ ਮੈਂ ਜਿਵੇਂ ਚੰਡੀਗੜ੍ਹ ਰਹਿਣਾ ਤੇ ਮੈਂ ਚੰਡੀਗੜ੍ਹ ਦੀ ਜੇ ਗੱਲ ਕਰਾਂ ਤੇ ਇੱਥੇ ਪ੍ਰੀ ਪ੍ਰੈਪਰੇਟਰੀ ਸਕੂਲਸ ਅਸੀਂ ਦੇ ਬੱਚਿਆਂ ਦੀ ਐਜੂਕੇਸ਼ਨ ਕਿਸੇ ਵੈਰੀ ਰਿਨਾਊਨਡ ਸਕੂਲ ਦੇ ਵਿੱਚ ਕਰਵਾਉਣਾ ਚਾਹਿਆ ਤੇ ਜੇ ਕਰਵਾਈ ਹੈ ਉਹ ਤੇ ਉਹਦੇ ਵਾਸਤੇ ਅਸੀਂ ਉਹਨਾਂ ਨੂੰ ਪ੍ਰੀ ਪ੍ਰੈਪਰੇਟਰੀ ਸਕੂਲ ਪਹਿਲਾਂ ਜੁਆਇਨ ਕਰਵਾਇਆ ਸੀਗਾ। ਸੋ ਆਫਟਰ 2 ਇਅਰਸ ਈਵਨ ਸੋਸ਼ਲ ਨੋਰਮਸ ਇਸ ਤਰ੍ਹਾਂ ਦੇ ਸੀਗੇ ਕਿ ਵੀ ਸਟਾਰਟਡ ਥਿੰਕਿੰਗ ਕਿ ਆਪਾਂ ਜਿਹੜੇ ਆਪਣੇ ਬੱਚੇ ਹੈਗੇ ਆ ਉਹਨਾਂ ਨੂੰ ਪ੍ਰੀ ਸਕੂਲਸ ਦੇ ਵਿੱਚ ਭੇਜਣਾ ਸ਼ੁਰੂ ਕਰੀਏ। ਸੋ ਉਹ ਇੱਕ ਪ੍ਰੈਕਟਿਸ ਹੀ ਸੀਗੀ, ਹਾਲਾਂਕਿ ਉਹ ਰੈਕਗਨਾਈਜ਼ਡ ਪ੍ਰੈਕਟਿਸ ਨਹੀਂ ਸੀਗੀ। ਕਈ ਸਕੂਲਸ ਦੇ ਵਿੱਚ ਪ੍ਰੀ ਨਰਸਰੀਜ਼ ਦੀ ਆਪਸ਼ਨ ਦੈਨ ਇਨਕਲੂਡ ਹੋਈਆਂ।
ਸੋ ਇਸ ਐਜੂਕੇਸ਼ਨ ਪਾਲਿਸੀ ਦੇ ਵਿੱਚ ਇਸ ਚੀਜ਼ ਨੂੰ ਇੱਕ ਲੀਗੈਲਿਟੀ ਔਰ ਇੱਕ ਅਪਰੂਵਲ ਦੇ ਤੌਰ ਦੇ ਉੱਤੇ ਇੱਕ ਬੜਾ ਅੱਛਾ ਸਟੈਪ ਹੈਗਾ ਕਿ ਬੱਚੇ ਦੀ ਗਰੋਥ ਦੇ ਨਾਲ ਹੀ ਆਫਟਰ 3 ਈਅਰ ਹੀ ਵਿਲ ਜੁਆਇਨ ਦਾ ਆਥੋਰਾਈਜ਼ਡ ਸਕੂਲ ਸਿਸਟਮ। ਇਟ ਮੇ ਬੀ ਜਿਹੜੇ ਪ੍ਰੈਵਲੈਂਟ ਹੈਗੇ ਉਹ ਵੀ ਸਿਸਟਮ ਚੱਲਦਾ ਰਹੇਗਾ, ਬਟ ਆਫਟਰ 3 ਈਅਰਸ ਹੀ ਵਿਲ ਬੀ ਇਨਟੂ ਦਾ ਸਿਸਟਮ। ਸੋ ਇਹਨੂੰ ਜੇ ਮੈਂ ਤੁਹਾਨੂੰ ਹੋਰ ਇਲੈਬੋਰੇਟ ਕਰਾਂ ਤੇ ਇਹਨੂੰ ਅਸੀਂ ਕਹਿ ਰਹੇ ਹਾਂ 5+3+3+4। ਇਹ ਬੜਾ ਸੁਣਨ ਚ ਆ ਰਿਹਾ ਤੁਹਾਨੂੰ, ਪੇਪਰਸ ਦੇ ਵਿੱਚ ਵੀ, ਨਿਊਜ਼ ਪੇਪਰਸ ਵੀ ਪੜ੍ਹਿਆ ਹੋਏਗਾ। ਦ ਕਨਸੈਪਟ ਇਜ਼ ਸੇਮ ਕਿ ਨਰਸਰੀ, ਜੂਨੀਅਰ KG, ਸੀਨੀਅਰ KG 4 ਸਾਲ ਦਾ ਜਿਹੜਾ ਬੱਚਾ ਹੋ ਜਾਏਗਾ ਉਹ ਨਰਸਰੀ ਕਰ ਲੇਗਾ, ਜੂਨੀਅਰ KG 5 ਸਾਲ ਦਾ ਬੱਚਾ ਕਰ ਲੇਗਾ, ਸੀਨੀਅਰ KG 6 ਸਾਲ ਦਾ ਕਰ ਲੇਗਾ, ਫਸਟ ਸਟੈਂਡਰਡ 7 ਸਾਲ ਦਾ ਕੰਪਲੀਟ ਕਰ ਲੇਗਾ, ਸੈਕੰਡ ਸਟੈਂਡਰਡ 8 ਸਾਲ ਦਾ ਬੱਚਾ ਕੰਪਲੀਟ ਕਰ ਲੇਗਾ। ਸੋ ਇਹਨੂੰ ਜੇ ਮੈਂ ਪਿਛਲੇ ਸਿਸਟਮ ਨਾਲ ਕੰਪੇਅਰ ਕਰਾਂ ਤੇ ਅਸੀਂ ਕੀ ਕਰਦੇ ਸੀ, ਪਲੇਵੇ ਜਿਹਨੂੰ ਅਸੀਂ ਕਹਿੰਦੇ ਆ, 2-2.5 ਸਾਲ ਦੇ ਬੱਚੇ ਤੋਂ ਲੈ ਕੇ 3 ਸਾਲ ਦਾ ਬੱਚਾ ਪਲੇਵੇ ਦੇ ਵਿੱਚ ਚਲਾ ਜਾਂਦਾ ਸੀਗਾ ਔਰ 4 ਸਾਲ ਤੱਕ ਉਹ ਪਲੇਵੇ ਦੇ ਵਿੱਚ ਕਰਦਾ ਰਹਿੰਦਾ ਸੀਗਾ। ਉਸ ਤੋਂ ਬਾਅਦ ਉਹਦਾ ਪਲੇਵੇ ਗਰੁੱਪ 1 ਔਰ ਉਹਨੂੰ ਜੂਨੀਅਰ KG JKG ਕਰਕੇ ਕਹਿੰਦੇ ਸੀਗੇ, ਜਾਂ ਉਹਨੂੰ ਕਈ ਲੋਕ ਪ੍ਰੀ ਨਰਸਰੀ ਵੀ ਕਹਿੰਦੇ ਸੀਗੇ। ਕਈ ਸਕੂਲਸ ਤੇ ਅਲੱਗ-ਅਲੱਗ ਨੋਰਮਸ ਹੈਗੇ ਆ, ਉਸ ਦੇ ਵਿੱਚ ਐਡਮਿਸ਼ਨ ਲੈ ਲੈਂਦੇ ਸੀਗੇ। ਦੈਨ ਉਹ ਨਰਸਰੀ ਦੇ ਵਿੱਚ ਐਡਮਿਸ਼ਨ ਲੈਂਦਾ ਸੀਗਾ। ਅਕੋਰਡਿੰਗਲੀ ਉਹ 6 ਸਾਲ ਦਾ ਜਦੋਂ ਹੋ ਜਾਂਦਾ ਸੀਗਾ ਤੇ ਉਹਦੀ KG ਕੰਪਲੀਟ ਹੋ ਜਾਂਦੀ ਸੀ। KG ਤੋਂ ਬਾਅਦ ਉਹ ਫਸਟ ਦੇ ਵਿੱਚ ਆਫਟਰ 6 ਇਅਰਸ ਹੀ ਐਡਮਿਸ਼ਨ ਲੈਂਦਾ ਸੀ ਮੋਸਟ ਆਫ ਦਾ ਸਕੂਲਸ। ਤੇ ਸਿਮਿਲਰ ਸਟੈਪ ਇਹੀ ਹੈਗਾ, ਬਟ ਇਹਨੂੰ ਬਾਈਫ੍ਰਿਕੇਟ ਕਰਤਾ ਕਿ ਦਿਸ ਇਜ਼ ਪ੍ਰੀ ਨਰਸਰੀ 5 ਇਅਰਸ ਪ੍ਰੀ ਸਕੂਲਿੰਗ, then comes 3 years 3 years preparatory schooling. It will be called it will be treated as 3 years preparatory schooling, ਜਿਹਨੂੰ ਅਸੀਂ ਕਹਿੰਦੇ ਆ ਕਿ ਪਹਿਲੇ ਜਿਹੜੇ 5 ਸਾਲ ਹੈਗੇ ਉਹ ਬੱਚੇ ਦੀ ਫਿਜ਼ੀਕਲ ਗਰੋਥ ਦੇ ਉੱਤੇ ਮੋਸਟਲੀ ਜਿਹੜਾ ਹੋਣਾ ਵੀ ਚਾਹੀਦਾ ਐਜ਼ ਇਨਸਾਨੀਅਤ ਦੇ ਤੌਰ ਦੇ ਉੱਤੇ, ਜੋ ਬੱਚੇ ਦੀ ਓਵਰਆਲ ਡਿਵੈਲਪਮੈਂਟ ਵੱਲ ਜਾਣੀ ਚਾਹੀਦੀ ਹੈ। ਮੈਨੂੰ ਲੱਗਦਾ ਹੈ ਕਿ ਸਾਰੇ ਸਕੂਲ ਉਹਦੇ ਉੱਤੇ ਹੀ ਜ਼ਿਆਦਾ ਕੰਸਨਟਰੇਟ ਕਰਨਗੇ, ਜੋ ਚੀਜ਼ਾਂ ਦੇ ਉੱਤੇ ਹੁਣ ਬੜੇ ਵੱਡੇ ਸਕੂਲ, ਬੜੇ ਟੌਪ ਮੋਸਟ ਬ੍ਰਾਂਡਸ ਕੰਸਨਟਰੇਟ ਕਰਦੇ ਸੀਗੇ ਕਿ ਬੱਚਿਆਂ ਨੂੰ ਪਾਣੀ ਦੇ ਨਾਲ ਖੇਡਣ ਦਾ ਮੌਕਾ ਦਿੱਤਾ ਜਾਂਦਾ ਸੀ, ਸਵਿਮਿੰਗ ਸਿਖਾਈ ਜਾਂਦੀ ਸੀ, ਘੁੜਸਵਾਰੀ ਸਿਖਾਈ ਜਾਂਦੀ ਸੀਗੀ, ਹੌਲੀ ਹੌਲੀ ਉਹਨਾਂ ਨੂੰ ਗਰੋਥ ਕੀਤੀ ਜਾਂਦੀ ਸੀ, ਫਿਜ਼ੀਕਲ ਗਰੋਥ ਦੀ ਆਪਰਚੁਨਿਟੀਜ਼ ਦਿੱਤੀਆਂ ਜਾਂਦੀਆਂ ਸੀਗੀਆਂ, ਉਹਨਾਂ ਨੂੰ ਗਰੁੱਪ ਕਲਾਸਿਸ ਦੇ ਵਿੱਚ ਬੱਚਿਆਂ ਦੇ ਨਾਲ ਖੇਡਣ ਦਾ ਮੌਕਾ ਮਿਲਦਾ ਸੀਗਾ। ਡਿਫਰੈਂਟ ਐਕਸਰਸਾਈਜ਼, ਮੈਂਟਲ ਐਕਸਰਸਾਈਜ਼ਸ ਇਸ ਤਰ੍ਹਾਂ ਦੀਆਂ ਹੁੰਦੀਆਂ ਸੀਗੀਆਂ ਕਿ ਉਹਨਾਂ ਦੀ ਜਿਹੜੀ ਕੋਗਨੇਟਿਵ ਸਟਰੈਂਥ ਹੈ, ਕੋਗਨੇਟਿਵ ਜਿਹੜੀ ਉਹਨਾਂ ਦੀ ਸਾਈਕੋਮੈਟ੍ਰਿਕ ਸਕਿੱਲਸ ਦੇ ਨਾਲ ਕੋਗਨੇਟਿਵ ਸਕਿੱਲਸ ਵੀ ਉਹਨਾਂ ਦੀਆਂ ਐਨਹਾਂਸ ਹੁੰਦੀਆਂ ਸੀਗੀਆਂ। ਸੋ 3 ਈਅਰ ਪ੍ਰੈਪਰੇਟਰੀ ਦੇ ਵਿੱਚ ਮੈਂ ਕਹਾਂਗਾ ਕਿ ਇਹ ਇੱਕ ਬੇਸ ਬਣ ਜਾਏਗਾ ਬੱਚਾ, ਜਿਹੜਾ 11 ਸਾਲ ਤੱਕ ਉਹ ਬੱਚਾ 5ਵੀਂ ਕਰ ਲੈਂਦਾ ਸੀ। ਸੋ ਅਸੀਂ ਜੇ ਪਿਛਲੇ ਸਿਸਟਮ ਨਾਲ ਕੰਪੇਅਰ ਕਰੀਏ ਤਾਂ ਸਾਨੂੰ ਯਾਦ ਹੋਏਗਾ ਕਿ 6ਵੀਂ ਕਲਾਸ ਤੋਂ ਅਸੀਂ ਆਮ ਸੁਣਿਆ ਕਿ 6ਵੀਂ ਕਲਾਸ ਦੇ ਵਿੱਚ ਜੀ ਅੰਗਰੇਜ਼ੀ ਲੱਗ ਗਈ, ਬੱਚਿਆਂ ਨੂੰ ਇੰਗਲਿਸ਼ ਪੜ੍ਹਨੀ ਸ਼ੁਰੂ ਕਰ ਦੇ। The kids started started learning English language in 6th class। ਕਿਉਂ ਮੈਡਮ, ਮੈਂ ਠੀਕ ਕਹਿ ਰਿਹਾ? ਯੈਸ ਸਰ, ਬਿਲਕੁਲ ਇਸ ਤਰ੍ਹਾਂ ਹੀ ਹੁੰਦਾ ਹੈ। 6ਵੀਂ ਕਲਾਸ ਤੋਂ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਉਹ ਲੈਂਗੁਏਜ ਸਿੱਖਣਾ ਸ਼ੁਰੂ ਕਰਦੇ ਸੀਗੇ। ਸੋ ਇਹ ਉਹੀ ਲਗਭਗ ਸਿਸਟਮ ਹੈਗਾ ਕਿ 6ਵੀਂ ਕਲਾਸ ਤੋਂ ਲੈ ਕੇ 8ਵੀਂ ਕਲਾਸ ਤੱਕ 3 ਇਅਰਸ ਦਾ ਇਹਨੂੰ ਮਿਡਲ ਸਕੂਲਿੰਗ ਕਿਹਾ ਕਵਾਂਗੇ ਅਸੀਂ। ਦੈਨ 4 ਇਅਰਸ ਸੈਕੰਡਰੀ ਐਜੂਕੇਸ਼ਨ, ਜਿਹੜਾ ਕਿ 8ਵੀਂ ਤੋਂ ਬਾਅਦ 4 ਸਾਲ ਦਾ ਜਿਹੜਾ ਹੋਏਗਾ ਉਹ 9ਵੀਂ 10ਵੀਂ 11ਵੀਂ 12ਵੀਂ ਤੱਕ ਉਹ ਬੱਚਾ ਜਿਹੜਾ ਹੈ ਉਹਦੀ ਪ੍ਰੀ ਸਕੂਲਿੰਗ ਹੋ ਜਾਏਗੀ। ਸੋ ਇਸੇ ਤਰ੍ਹਾਂ ਅਸੀਂ ਇਸ ਸਲਾਈਡ ਦੇ ਵਿੱਚ ਮੈਡਮ ਨੇ ਦਿਖਾਇਆ ਤੁਹਾਨੂੰ ਕਿ with an emphasis on early childhood care and education। ਇਹ ਤੁਸੀਂ ਅਕਸਰ ਜਦੋਂ ਇਹ ਪਾਲਿਸੀ ਪੜ੍ਹੋਗੇ ਤੇ ਇਹਦੇ ਵਿੱਚ ਇਹ ਬਾਰ-ਬਾਰ ਲਿਖਿਆ ECCE, the 10+2 structure of school curriculum is to be replaced by 5+3+3+4 curricular structure corresponding to ages 3 to 8, 8 to 11, 11 to 14 and 14 to 18। 4 ਸਾਲ ਲਾਸਟ ਦੇ ਵਿੱਚ ਜਿਹੜੀ ਹੈ ਉਹ ਸੀਨੀਅਰ ਸੈਕੰਡਰੀ ਐਜੂਕੇਸ਼ਨ ਹੋਏਗੀ। ਜਿਹੜਾ ਮੈਡਮ ਨੇ ਇਹ ਸਾਈਡ ਦੇ ਉੱਤੇ ਅਸੀਂ ਇਹ ਸਲਾਈਡ ਦੇ ਵਿੱਚ ਦੱਸਿਆ ਕਿ ਗ੍ਰੈਜੂਏਸ਼ਨ ਜਿਹੜਾ 14 ਤੋਂ 18 ਸਾਲ ਦੀ ਏਜ ਦੇ ਵਿੱਚ ਉਹਦੀ ਗ੍ਰੈਜੂਏਸ਼ਨ ਜਿਹੜੀ ਹੈ ਕੰਪਲੀਟ ਹੋ ਜਾਏਗੀ। ਨੈਕਸਟ ਮੈਡਮ। ਹਾਂਜੀ, ਕੰਟੀਨਿਊ ਕਰੋ ਮੈਡਮ।
ਨੈਕਸਟ ਹੈ ਸਾਡੇ ਕੋਲ ਸਾਇੰਸ, ਆਰਟਸ, ਕਮਰਸ ਗੈਟਸ ਬਲਰਡ। ਇਹਦੇ ਵਿੱਚ ਇਹ ਹੁੰਦਾ ਜਿਵੇਂ ਤੁਸੀਂ ਦੇਖਿਆ ਅੰਡਰ NEP 2020 there will be no rigid separations between arts and sciences, between curricular and extracurricular activities, between vocational and academic streams. Under National Education Policy 2020 ਦੇ ਵਿੱਚ ਨਵੀਂ ਚੀਜ਼ ਕੀ ਆਈ ਹੈ, ਲਾਈਕ ਅਗਰ ਸਾਡੀ ਸੁਸਾਇਟੀ ਦੇ ਵਿੱਚ ਤੁਸੀਂ ਤੁਹਾਡੇ ਵਿੱਚੋਂ ਕੋਈ ਵੀ ਸਟੂਡੈਂਟ ਸਪੋਜ਼ ਕਰੋ ਕਿਸੇ ਬੱਚੇ ਨੇ ਮੈਡੀਕਲ ਸਬਜੈਕਟ ਲਿਆ ਪਰ ਉਹਦੇ ਨਾਲ ਉਹਦਾ ਇੰਟਰਸਟ ਮਿਊਜ਼ਿਕ ਦੇ ਵਿੱਚ ਵੀ ਹੈ, ਪਰ ਉਹ ਕਈ ਜਗ੍ਹਾ ਤੇ ਕੀ ਹੁੰਦਾ ਹੈ ਕਿ ਸਾਇੰਸ ਵਾਲਾ ਸਟੂਡੈਂਟ ਮਿਊਜ਼ਿਕ ਵਾਲਾ ਸਬਜੈਕਟ ਨਹੀਂ ਲੈ ਸਕਦਾ, ਉੱਥੇ ਆਪਸ਼ਨ ਹੀ ਨਹੀਂ ਹੁੰਦੀ ਕਿਉਂਕਿ ਸਾਇੰਸ ਦੇ ਵਿੱਚ ਜਿਵੇਂ ਸਾਡੇ ਰੀਤ ਬਣੀ ਹੋਈ ਹੈ ਕੰਟਰੀ ਵਿੱਚ ਕਿ ਸਾਇੰਸ ਵਿੱਚ ਬੱਚੇ ਨੇ ਬਾਇਓ ਫਿਜ਼ਿਕਸ ਕੈਮਿਸਟਰੀ ਹੀ ਪੜ੍ਹਨੀ ਹੈ, ਜਾਂ ਨॉन ਮੈਡੀਕਲ ਵਾਲੇ ਬੱਚਿਆਂ ਕੋਲ ਵੀ ਮਿਊਜ਼ਿਕ ਜਾਂ ਹੋਰ ਡਾਂਸ ਜਿਹੜੇ ਸਬਜੈਕਟਸ ਹੈ ਇਹਨਾਂ ਦੀਆਂ ਆਪਸ਼ਨਸ ਨਹੀਂ ਸੀ ਹੁੰਦੀਆਂ, ਤਾਂ ਉਹ ਬੱਚਾ ਉਸ ਸਾਰੀ ਚੀਜ਼ ਤੋਂ ਵਾਂਝਾ ਰਹਿ ਜਾਂਦਾ ਸੀ। ਪਰ ਹੁਣ ਜਿਹੜੀ ਨਿਊ ਐਜੂਕੇਸ਼ਨਲ ਪਾਲਿਸੀ ਆਈ ਹੈ ਇਹਦੇ ਵਿੱਚ ਸਟੂਡੈਂਟ ਆਪਣੇ ਸ਼ੌਂਕ ਦੇ ਹਿਸਾਬ ਨਾਲ ਜਿਹੜਾ ਜਿਹੜਾ ਸਬਜੈਕਟ ਨੂੰ ਅੱਛਾ ਲੱਗਦਾ ਉਹ ਸਬਜੈਕਟ ਮਿਕਸ ਕਰਕੇ ਲੈ ਸਕਦਾ ਹੈ। ਜਿਵੇਂ ਮੈਡੀਕਲ ਦਾ ਸਟੂਡੈਂਟ ਹੈ, ਅਗਰ ਕਿਸੇ ਨੂੰ ਬਾਇਓ ਪਸੰਦ ਹੈ ਤਾਂ ਬਾਇਓ ਦੇ ਨਾਲ ਉਹ ਮੈਥ ਵੀ ਪੜ੍ਹ ਸਕਦਾ, ਉਹਦੇ ਨਾਲ ਉਹ ਮਿਊਜ਼ਿਕ ਵੀ ਲੈ ਸਕਦਾ। ਅਗਰ ਉਸਨੂੰ ਡਾਂਸ ਪਸੰਦ ਹੈ ਜਾਂ ਡਰਾਇੰਗ ਪਸੰਦ ਹੈ, ਫਾਈਨ ਆਰਟਸ ਪਸੰਦ ਹੈ ਤਾਂ ਉਹ ਕੁਝ ਵੀ ਕੋਈ ਵੀ ਸਬਜੈਕਟ ਚੂਜ਼ ਕਰ ਸਕਦਾ ਹੈ। ਇਸੇ ਤਰ੍ਹਾਂ BCom ਵਾਲਾ ਸਟੂਡੈਂਟ ਵੀ ਇਹ ਸਾਰੀਆਂ ਚੀਜ਼ਾਂ ਕਰ ਸਕਦਾ ਹੈ। ਆਰਟਸ ਵਾਲਾ ਸਾਇੰਸ ਪੜ੍ਹ ਸਕਦਾ ਹੈ, ਸਾਇੰਸ ਵਾਲਾ ਆਰਟਸ ਦੇ ਸਬਜੈਕਟਸ ਪੜ੍ਹ ਸਕਦਾ ਹੈ, ਔਰ ਨॉन ਮੈਡੀਕਲ ਵਾਲਾ ਵੀ ਇਹਨਾਂ ਸਾਰਿਆਂ ਦੇ ਕੰਬੀਨੇਸ਼ਨ ਸਬਜੈਕਟਸ ਲੈ ਸਕਦਾ ਹੈ, ਜਿਸ ਨਾਲ ਕਿ ਇੱਥੇ ਕੋਈ ਰਿਜਿਡ ਮੀਨਸ ਕਿ ਕੋਈ ਸਖਤ ਇਸ ਤਰ੍ਹਾਂ ਦੇ ਰੂਲਸ ਨਹੀਂ ਰਹੇ ਕਿ ਮੈਡੀਕਲ ਵਾਲਾ ਸਟੂਡੈਂਟ ਇਹ ਸਬਜੈਕਟ ਲਏਗਾ, ਨॉन ਮੈਡੀਕਲ ਵਾਲਾ ਉਹ ਵੀ ਪੜ੍ਹੇਗਾ ਜਾਂ ਕਾਮਰਸ ਇਹ ਵਾਲਾ ਕਨਸੈਪਟ ਮੈਥ ਜਿਹੜਾ ਦੇ ਹੈਗਾ ਨਾਲ। ਇਹ ਕਨਸੈਪਟ ਮਲਟੀ ਐਂਟਰੀ ਮਲਟੀ ਐਗਜ਼ਿਟ ਦੇ ਨਾਲ ਪ੍ਰੇਰਿਤ ਹੈਗਾ, ਜਿਸ ਤੋਂ ਕਿ ਸਾਡੇ ਡਿਪਾਰਟਮੈਂਟ ਦੇ ਜਿੰਨੇ ਇੰਸਟ੍ਰਕਟਰ ਜੁੜੇ ਆ ਉਹ ਲਗਭਗ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਣੂ ਵੀ ਹੈਗੇ। ਡਿਪਾਰਟਮੈਂਟ ਆਫ ਟੈਕਨੀਕਲ ਐਜੂਕੇਸ਼ਨ ਐਂਡ ਮਿਨਿਸਟਰੀ ਆਫ ਬਿਟਵੀਨ ਵੋਕੇਸ਼ਨਲ ਐਂਡ ਅਕੈਡਮਿਕ ਸਟਰੀਮਸ ਇਹ ਸਾਰੇ ਸੇਮ ਇਸੇ ਤਰ੍ਹਾਂ ਵੋਕੇਸ਼ਨਲ ਜਿਹੜੇ ਸਬਜੈਕਟਸ ਹੈ ਤੇ ਅਕੈਡਮਿਕ ਸਟਰੀਮਸ ਜਿਵੇਂ ਕਿ ਮੈਂ ਤੁਹਾਨੂੰ ਹੁਣੇ ਦੱਸਿਆ ਮੈਡੀਕਲ, ਨॉन ਮੈਡੀਕਲ, ਕਾਮਰਸ ਤੇ ਆਰਟਸ ਇਹ ਸਾਡੀਆਂ ਅਕੈਡਮਿਕ ਸਟਰੀਮਸ ਹੋ ਗਈਆਂ, ਔਰ ਵੋਕੇਸ਼ਨਲ ਸਟਰੀਮਸ ਜੋ ਸਾਡੇ IT ਵਿੱਚ ਕੋਰਸਿਸ ਜਿਵੇਂ ਟੈਕਨੀਕਲ ਐਂਡ ਨॉन ਟੈਕਨੀਕਲ ਚੱਲਦੇ ਆ ਉਹ ਵੋਕੇਸ਼ਨਲ ਸਟਰੀਮਸ ਵਿੱਚ ਆ ਜਾਂਦੇ ਆ। Students can select subjects of their liking across the streams. Vocational education will start in schools from the 6th grade and will include internships. ਜਿਹੜੀ ਸਭ ਤੋਂ ਬੈਸਟ ਚੀਜ਼ ਹੈ ਇਸ ਪਾਲਿਸੀ ਦੇ ਵਿੱਚ ਉਹ ਕੀ ਹੈ ਕਿ 6ਵੀਂ ਕਲਾਸ ਤੋਂ ਹੀ ਜਿਹੜਾ ਬੱਚਾ ਵੋਕੇਸ਼ਨਲ ਸਬਜੈਕਟਸ ਆਪਣੇ ਇੰਟਰਸਟ ਦੇ ਅਨੁਸਾਰ ਉਹ ਚੂਜ਼ ਕਰ ਸਕਦਾ ਹੈ। ਉਹਦੇ ਨਾਲ ਜਦੋਂ ਇੰਟਰਸਟ ਬੱਚੇ ਦਾ ਹੌਲੀ ਹੌਲੀ ਉਸ ਚੀਜ਼ ਵਿੱਚ ਡਿਵੈਲਪ ਹੁੰਦਾ ਜਾਏਗਾ ਤਾਂ ਉਹਦੇ ਨਾਲ ਉਹਦੇ ਵਿੱਚ ਇੱਕ ਸਕਿੱਲ, ਇੱਕ ਹੁਨਰ ਪੈਦਾ ਹੋ ਜਾਏਗਾ ਜਿਸ ਨਾਲ ਕਿ ਉਹਨੂੰ ਜਾ ਕੇ ਵੱਡੀਆਂ ਕਲਾਸਿਸ ਵਿੱਚ ਸਬਜੈਕਟ ਚੂਜ਼ ਕਰਨ ਦੀ, ਆਪਣਾ ਕਰੀਅਰ ਬਣਾਉਣ ਵਿੱਚ ਉਹਨੂੰ ਕਿਸੇ ਵੀ ਕਿਸਮ ਦੀ ਔਖ ਨਹੀਂ ਹੋਏਗੀ। ਔਰ ਇਸ ਨਾਲੋਂ ਵੀ ਵਧੀਆ ਚੀਜ਼ ਇਹ ਹੈ ਕਿ ਜਦੋਂ ਬੱਚਾ 6ਵੀਂ ਕਲਾਸ ਤੋਂ ਲੈ ਕੇ ਇਹ ਸਾਰੇ ਸਬਜੈਕਟਸ ਪੜ੍ਹੇਗਾ ਸਕਿੱਲ ਬੇਸਡ ਤਾਂ ਉਹਦੇ ਨਾਲ ਉਹਦੀ ਇੰਟਰਨਸ਼ਿਪ ਵੀ ਲੱਗੇਗੀ, ਪ੍ਰੈਕਟੀਕਲ ਦੇ ਨਾਲ ਨਾਲ ਉਹਦੇ ਵਿੱਚ ਇੰਟਰਨਸ਼ਿਪਸ ਵੀ ਹੋਣਗੀਆਂ। No UGC, AICTE and NCTE. UGC ਦਾ ਮਤਲਬ ਹੈ University Grants Commission, AICTE ਤੋਂ ਮਤਲਬ ਹੈ All India Council of Technical Education and National Council of Technical Education. ਇਹ ਸਾਰੀਆਂ ਜਿਹੜੀਆਂ ਸੰਸਥਾਵਾਂ ਹੈ ਇਹਦਾ ਮਕਸਦ ਇਹ ਹੈ ਕਿ ਇਹ ਇੱਕ ਹਾਇਰ ਐਜੂਕੇਸ਼ਨ ਦਾ ਜਿਹੜਾ ਸਿਸਟਮ, ਜਿਵੇਂ ਪਿਛਲੀ ਸਲਾਈਡ ਦੇ ਵਿੱਚ ਮੈਡਮ ਨੇ ਦੱਸਿਆ, ਖਾਸ ਚੀਜ਼ ਮੈਂ ਦੱਸ ਰਿਹਾ ਸੀਗਾ ਮਲਟੀ ਐਂਟਰੀ ਮਲਟੀ ਐਗਜ਼ਿਟ ਤੋਂ ਪ੍ਰੇਰਿਤ ਹੈਗੀ ਹੈ ਕਿ ਬੱਚਾ ਕਿਸੇ ਵੀ ਸਟੇਜ ਦੇ ਉੱਤੇ ਜਿਹਨੂੰ ਕ੍ਰੈਡਿਟ ਸਿਸਟਮ ਤੋਂ ਵੀ ਪ੍ਰੇਰਿਤ ਹੈਗੀ ਹੈ ਵੀ ਉਹ ਕ੍ਰੈਡਿਟ ਅਰਨ ਕਰਨੇ ਹੁੰਦੇ ਸੀਗੇ ਕਿ ਇੰਨੇ ਕ੍ਰੈਡਿਟ ਕਈ ਕੰਟਰੀਜ਼ ਦੇ ਵਿੱਚ ਯੂਰੋਪੀਅਨ ਮਾਡਲ ਦੇ ਵਿੱਚ ਇਹ ਹੈਗਾ ਕਿ ਕ੍ਰੈਡਿਟ ਅਰਨ ਕਰਕੇ ਤੇ ਜਿੰਨੇ ਕ੍ਰੈਡਿਟ ਹੋ ਜਾਣ ਉਹ ਤੁਹਾਡੀ ਡਿਗਰੀ ਦੇ ਵਿੱਚ ਕਾਊਂਟ ਕਰਦੇ ਆ ਕਿ ਤੁਸੀਂ ਯੂ ਹੈਵ ਟੂ ਅਰਨ 40 ਕ੍ਰੈਡਿਟ। ਸੋ ਇਸੇ ਤਰ੍ਹਾਂ ਇਹਦੇ ਵਿੱਚ ਮਲਟੀ ਡਿਸਪਲਿਨਰੀ ਉਹ ਆਪਸ਼ਨ ਲੈ ਸਕਦਾ ਹੈ। ਔਰ ਨਵੀਂ ਗੱਲ ਕਿ ਵੋਕੇਸ਼ਨਲ ਐਜੂਕੇਸ਼ਨ ਜਿਹੜਾ ਕਿ ਸਕਿੱਲ ਇੰਡੀਆ ਦੇ ਉੱਤੇ ਸਾਡੀ ਗਵਰਨਮੈਂਟ ਸ਼ੁਰੂ ਤੋਂ ਹੀ ਕੰਮ ਕਰ ਰਹੀ ਹੈ ਕਿ ਹਰ ਬੰਦੇ ਦੇ ਵਿੱਚ ਕੋਈ ਨਾ ਕੋਈ ਹੁਨਰ ਹੋਏ, ਯੂਥ ਦੇ ਵਿੱਚ ਹੁਨਰ ਪੈਦਾ ਕਰਨ ਦੀ ਕੋਸ਼ਿਸ਼ ਦੇ ਵੱਲ ਇਹ ਬਹੁਤ ਵੱਡਾ ਸਟੈਪ ਹੈ। ਔਰ ਇਹ ਜਿਹੜਾ ਅਸੀਂ 5+3+3+4 ਵਾਲੀ ਜਿਹੜੀ ਅਸੀਂ ਗੱਲ ਕੀਤੀ ਹੈ ਉਸ ਦੇ ਵਿੱਚ ਹੀ ਫਿਰ ਮੈਨੂੰ ਲੱਗਦਾ ਕਿ ਇਹ ਮਿਨਿਸਟਰੀ ਵੱਲੋਂ ਇਹ ਸੋਚ ਕੇ ਐਜੂਕੇਸ਼ਨ ਪਾਲਿਸੀ ਦੇ ਵਿੱਚ ਇਹ ਕਿਹਾ ਗਿਆ
ਕਿ ਯੂਨੀਵਰਸਿਟੀਜ਼ ਦੇ ਜਿਹੜੇ ਡਿਫਰੈਂਟ ਸਟੇਟਸ ਹੈਗੇ ਆ ਕਿ ਡੀਮ ਟੂ ਬੀ ਯੂਨੀਵਰਸਿਟੀ ਹੈ ਨਾ, ਐਫੀਲੀਏਟਿਡ ਯੂਨੀਵਰਸਿਟੀ ਔਰ ਐਫੀਲੀਏਸ਼ਨ ਸਿਸਟਮਸ ਨੂੰ ਦੇ ਵਿਲ ਗੈਟ ਰਿਡ ਆਫ this cumbersome processes of affiliation system and ਇੱਕ single umbrella ਦੇ ਥੱਲੇ ਆਉਣ ਦੀ ਉਮੀਦ ਹੈ, ਜਿਹੜਾ ਕਿ policy ਦੇ ਵਿੱਚ provision ਹੈਗਾ. How it is implemented it will be seen, but ਇਹ ਜਿਹੜੀ clip ਅਸੀਂ ਦਿਖਾ ਰਹੇ ਹਾਂ, this is like ਕਿ apprehension and maximum ਜਿਹੜਾ newspapers ਦੇ ਵਿੱਚ ਵੀ circulate ਹੋਇਆ ਔਰ policy ਦੇ ਵਿੱਚ ਵੀ ਕਿਹਾ ਕਿ ਜਿਹੜਾ ਹਾਇਰ ਐਜੂਕੇਸ਼ਨ ਜਿਵੇਂ ਹੁੰਦਾ ਵੀ ਹੈਗਾ ਕਿ ਹਾਇਰ ਐਜੂਕੇਸ਼ਨ ਕਮਿਸ਼ਨ ਵਿਲ ਬੀ ਸੈਟ ਅਪ ਇਨਸਟੈਡ ਆਫ UGC, AICT, NCTE, ਨੈਸ਼ਨਲ ਕਾਉਂਸਲ ਆਫ ਜਿਹੜੀ ਟੈਕਨੀਕਲ ਐਜੂਕੇਸ਼ਨ ਤੋਂ ਵੀ ਇਹਦੀ ਸ਼ਾਇਦ ਜਿਹੜੀ ਮਾਨਤਾ ਜਿਹੜੀ ਹੈ ਸਾਰਾ ਕੁਝ ਜਿਵੇਂ ਹੁਣ ਮਿਨਿਸਟਰੀ ਆਫ HRD ਦੇ ਅੰਡਰ ਆਉਂਦਾ ਹੈ ਔਰ ਕੁਝ ਚੀਜ਼ਾਂ ਜਿਹੜੀਆਂ ਹੈ ਉਹ ਹਾਇਰ ਐਜੂਕੇਸ਼ਨ ਦੇ ਅੰਡਰ ਆਉਂਦੀਆਂ, ਕੁਝ ਟੈਕਨੀਕਲ ਐਜੂਕੇਸ਼ਨ ਦੇ ਅੰਡਰ ਆਉਂਦੀਆਂ ਯੂਨੀਵਰਸਿਟੀ, ਇਹ ਸ਼ਾਇਦ ਸਾਰਾ ਹੀ ਹਾਇਰ ਐਜੂਕੇਸ਼ਨ ਦੇ ਅੰਡਰ ਹੀ ਕਰਨਾ ਪਵੇਗਾ. Public and private higher education institutes will be governed by the same set of norms for regulation, accreditation and academic standards. ਜਿਹੜੀਆਂ ਪ੍ਰਾਈਵੇਟ ਦੀ ਜਿਹੜੀ ਹੈ ਉਹ ਜਿਹੜੀ accreditation system ਜ਼ਰੂਰ ਰਹੇਗਾ. ਉਹ next slide madam. So program returns and no more dropouts. ਇੱਕ ਡ੍ਰੌਪ ਆਊਟ ਰੇਸ਼ੋ ਸਾਡੇ ਸਕੂਲ ਐਜੂਕੇਸ਼ਨ ਸਿਸਟਮ ਦਾ ਮੇਬੀ ਜੋ ਪਿਛਲੀ ਐਜੂਕੇਸ਼ਨ ਪਾਲਿਸੀ ਦੇ ਅਕੋਰਡਿੰਗਲੀ ਇਟ ਵਾਜ਼ ਸਮਹਾਉ ਬੋਰਿੰਗ ਔਰ ਕੀ ਪ੍ਰੋਬਲਮ ਸੀਗੀਆਂ, ਉਹ ਇੱਕ ਡਰਾਬੈਕ ਸੀਗਾ ਕਿ ਜਦੋਂ ਅਸੀਂ ਉਹਦੇ ਸਟੈਟਿਸਟਿਕਸ ਦੇਖੇ ਆ, ਇਹ ਕਮਿਸ਼ਨ ਨੇ ਵੀ ਦੇਖੇ ਆ, ਜਿਹੜੀ ਡਿਫਰੈਂਟ ਕਮੇਟੀਜ਼ ਵੀ ਬਣਾਈਆਂ ਗਈਆਂ, ਡ੍ਰੌਪ ਆਊਟ ਰੇਟ ਬਹੁਤ ਜ਼ਿਆਦਾ ਰਿਹਾ. ਆਫਟਰ 8th ਬੱਚੇ ਛੱਡ ਜਾਂਦੇ ਸੀਗੇ, 5ਵੀਂ ਤੋਂ ਬਾਅਦ ਗਰੀਬ ਬੱਚੇ ਛੋੜ ਜਾਂਦੇ ਸਕੂਲ ਸਿਸਟਮ, ਮੇਬੀ ਉਹਨਾਂ ਨੂੰ ਉਹਦੇ ਵਿੱਚ ਕੋਈ ਚੈਲੰਜ ਨਹੀਂ ਮਿਲਦਾ. ਸੋ ਇਸ ਐਜੂਕੇਸ਼ਨ ਪਾਲਿਸੀ ਦੇ ਵਿੱਚ ਉਸ ਚੀਜ਼ ਨੂੰ ਕਵਰ ਕਰਦੇ ਹੋਇਆ ਅੰਡਰ ਗ੍ਰੈਜੂਏਟ ਡਿਗਰੀ ਵਿਲ ਬੀ of either 3 or 4 year duration with multi exit options within this period. College will be mandated to give certificate after completing 1 year in a discipline or field including vocational and professional area. A diploma after 2 year, 1 ਸਾਲ ਦੇ ਬਾਅਦ ਜਿਹੜਾ ਹੈ ਉਹ ਸਰਟੀਫਿਕੇਟ ਦੇਣਗੇ, 2 ਸਾਲ ਦੇ ਬਾਅਦ ਡਿਪਲੋਮਾ, 3 ਸਾਲ ਦੇ ਬਾਅਦ ਬੈਚਲਰ ਡਿਗਰੀ ਜਿਹੜੀ ਹੈ ਮਿਲੇਗੀ. MPhil ਇਸੇ ਤਰ੍ਹਾਂ ਮਾਸਟਰਸ ਦੇ ਵਿੱਚ ਕੁਝ ਚੇਂਜਸ ਕੀਤੀਆਂ. ਨੈਕਸਟ ਸਲਾਈਡ ਮੈਡਮ. ਸਲਾਈਡ ਦੇ ਵਿੱਚ ਮੈਂ ਤੁਹਾਡਾ ਧਿਆਨ ਪੰਜਾਬੀ ਦੀ ਜਿਹੜੀ ਹੈ ਪਿਕ ਲਗਾਈ ਹੈ, ਇਹਦੇ ਵੱਲ ਦਿਵਾਉਣਾ ਚਾਹਾਂਗਾ ਸਾਰੇ ਪਾਰਟਿਸਪੈਂਟਸ ਦਾ. ਸੋ ਕੋਇਲ ਆਪਣੀ ਭਾਸ਼ਾ ਬੋਲਦੀ ਹੈ ਇਸ ਲਈ ਆਜ਼ਾਦ ਰਹਿੰਦੀ ਹੈ, ਪਰ ਤੋਤਾ ਦੂਜੇ ਦੀ ਭਾਸ਼ਾ ਬੋਲਦਾ ਹੈ ਇਸ ਲਈ ਪਿੰਜਰੇ ਵਿੱਚ ਗੁਲਾਮ ਰਹਿੰਦਾ ਹੈ. ਇਸ ਲਈ ਆਪਣੀ ਭਾਸ਼ਾ ਤੇ ਮਾਣ ਕਰੋ. ਪੰਜਾਬੀ ਆਪਣੀ ਮਾਂ ਬੋਲੀ ਹੈ, ਪੰਜਾਬੀ ਨੂੰ ਮਾਣ ਨਾਲ ਬੋਲੋ. ਆਪਾਂ ਡਿਫਰੈਂਟ ਲੈਕਚਰਸ ਜਿਹੜੇ ਹੁਣ ਤੱਕ ਡਿਫਰੈਂਟ ਆਨਲਾਈਨ ਦੇ ਵਿੱਚ ਤੁਸੀਂ ਲੋਕ ਵੀ ਲੈ ਰਹੇ ਹੋ, ਅਸੀਂ ਵੀ ਲੈ ਰਹੇ ਹਾਂ, ਉਹਦੇ ਵਿੱਚ ਇਸੇ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਕਮਿਊਨੀਕੇਸ਼ਨ ਸਕਿੱਲਸ ਡਜ਼ਨਟ ਮੀਨ ਕਿ ਤੁਹਾਨੂੰ ਇੰਗਲਿਸ਼ ਬੋਲਣਾ ਆਉਂਦੀ ਹੈ. ਇਹ ਮੇਬੀ ਇੱਕ ਡਰਾਬੈਕ ਇਸ ਐਜੂਕੇਸ਼ਨ ਪਾਲਿਸੀ ਦੇ ਵਿੱਚ ਸਮਝਿਆ ਗਿਆ ਕਿ ਜਿਹੜੇ ਇੰਗਲਿਸ਼ ਸਕੂਲਸ, ਕਨਵੈਂਟ ਸਕੂਲਸ, ਦੇ ਆਰ ਟ੍ਰੀਟਡ ਐਜ਼ ਸੁਪੀਰੀਅਰ ਸਿੰਸ ਉਹ ਜਿਹੜੇ ਬੱਚੇ ਹੈਗੇ ਉਹ ਇੰਗਲਿਸ਼ ਬੋਲ ਲੈਂਦੇ ਆ ਜਾਂ ਇੰਗਲਿਸ਼ ਨੂੰ ਪ੍ਰਾਇੋਰਟੀ. ਉਹ ਹੌਲੀ ਹੌਲੀ ਇਹ ਚੀਜ਼ ਖਤਮ ਹੋ ਰਹੀ ਹੈ ਕਿ ਕਮਿਊਨੀਕੇਸ਼ਨ ਸਕਿੱਲਸ ਮੀਨ ਕਿ ਤੁਸੀਂ ਆਪਣੀ ਭਾਸ਼ਾ ਦੇ ਵਿੱਚ, ਇੱਕ ਮੈਨੂੰ ਐਗਜ਼ਾਮਪਲ ਯਾਦ ਹੈ ਹੁਣੀ ਕੁਝ ਮੈਂ ਦੇਖਿਆ ਸੀਗਾ ਕਿਸੇ ਕਲਿੱਪ ਦੇ ਵਿੱਚ ਕਿ ਉਹ ਬੱਚਾ ਕਹਿੰਦਾ ਕਿ ਮੈਨੂੰ ਸੁਪਨੇ ਤੇ ਜਿਹੜੇ ਹੈ ਉਹ ਮੇਰੀ ਟੀਚਰ ਨਾਰਾਜ਼ ਹੁੰਦੀ, ਉਹਨੇ ਕਿਹਾ ਕਿ ਸੁਪਨੇ ਜਿਹੜੇ ਤੂੰ ਆਪਣੇ ਡ੍ਰੀਮਸ ਇੰਗਲਿਸ਼ ਦੇ ਵਿੱਚ ਲਿਖ. ਉਹ ਕਹਿੰਦੀ ਮੈਂ ਸੁਪਨੇ ਤੇ ਆਪਣੀ ਪੰਜਾਬੀ ਚ ਦੇਖਦੀ ਹਾਂ ਜਾਂ ਮੈਂ ਹਿੰਦੀ ਚ ਦੇਖਦੀ ਹਾਂ, ਹਾਊ ਆਈ ਕੈਨ ਰਾਈਟ ਇਟ ਇਨ ਇੰਗਲਿਸ਼. ਸੋ ਅਸੀਂ ਸੋਚਦੇ ਤਾਂ ਹੈਗੇ ਆ ਆਪਣੀ ਮਾਂ ਬੋਲੀ ਤੇ ਆਪਾਂ ਬੋਲਦੇ ਹੈਗੇ ਆ ਕਿਸੇ ਹੋਰ ਬੋਲੀ ਦੇ ਵਿੱਚ. ਉਹਨੂੰ ਗੈਟ ਅਵੇ ਕਰਨ ਦੇ ਲਈ ਮਦਰ ਟੰਗ ਐਜ਼ ਅ ਮੀਡੀਅਮ ਆਫ ਇੰਸਟਰਕਸ਼ਨ, ਤਿੰਨ ਜਿਹੜੀਆਂ 3 ਲੈਂਗੁਏਜ ਫਾਰਮੂਲਾ ਦੇ ਉੱਤੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੇ ਇਹਨੂੰ ਮਦਰ ਟੰਗ ਨੂੰ ਵੀ ਵਧਾਵਾ ਦਿੱਤਾ ਹੈਗਾ ਪਾਲਿਸੀ ਦੇ ਵਿੱਚ. ਬਟ ਆਲਸੋ ਮੈਂਡੇਟਸ that no language would be imposed on anyone. ਕੋਈ ਇੰਪੋਜ਼ ਨਹੀਂ ਕੀਤੀ ਜਾਏਗੀ. ਇਟਸ ਐਨ ਆਪਸ਼ਨ ਜੇ ਕੋਈ ਬੱਚਾ ਫਿਰ ਵੀ, ਕਿਉਂਕਿ ਇੰਗਲਿਸ਼ ਜਿਹੜੀ ਹੈ ਉਹ ਮਲਟੀਨੈਸ਼ਨਲ ਜਿਹੜੀ ਹੈ ਇੰਟਰਨੈਸ਼ਨਲ ਲੈਂਗੁਏਜ ਹੈਗੀ ਹੈ, ਜਿਹੜਾ ਇੱਕ ਨੈਸ਼ਨਲ ਪਲੇਟਫਾਰਮ, ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਤੁਹਾਨੂੰ ਰੈਕਗਨਾਈਜੇਸ਼ਨ, ਤੁਸੀਂ ਆਪਣੀ ਗੱਲ ਨੂੰ ਕਮਿਊਨੀਕੇਟ ਕਰ ਸਕਦੇ ਹੋ. ਤੇ ਇਫ ਦੇਅਰ ਇਜ਼ ਐਨ ਆਪਸ਼ਨ ਫਰੋਮ ਦਾ ਕਿਡ ਤੇ ਉਸੇ ਤਰੀਕੇ ਨਾਲ ਉਹ ਆਪਟ ਕਰ ਸਕਦਾ, ਬਟ ਮਦਰ ਟੰਗ ਨੂੰ ਉਹ
ਕਦੇ ਵੀ ਉਹਦੇ ਵਿੱਚ ਪੜ੍ਹਨਾ ਜਿਹੜਾ ਹੈ ਉਸੇ ਵਾਸਤੇ ਹੀ ਆਨਲਾਈਨ ਐਜੂਕੇਸ਼ਨ ਸਿਸਟਮ ਦੇ ਵਿੱਚ ਵੀ ਮਦਰ ਟੰਗ ਨੂੰ ਜਿਹੜਾ ਡਿਵੈਲਪ ਕਰਨ ਦੇ ਲਈ ਉਸੇ ਸਿਸਟਮ ਦੇ ਵਿੱਚ ਡਿਵੈਲਪ ਕਰਨ ਦੀ ਹੀ ਇਹਦੇ ਚ ਪ੍ਰੋਵੀਜ਼ਨਸ ਹੈਗੇ ਆ। ਨੈਕਸਟ ਸਲਾਈਡ। ਸੋ ਸੈਲਫ ਰਿਲਾਇੰਟ ਇੰਡੀਆ, ਜਿਵੇਂ ਕਿ ਸਲਾਈਡ ਦੇ ਵਿੱਚ ਹੀ ਡਿਪਿਕਸ਼ਨ ਤੋਂ ਅਸੀਂ ਸ਼ੋ ਕਰ ਰਹੇ ਹਾਂ, ਆਬਜੈਕਟਿਵ ਆਫ ਦਾ NEP is to devise and implement robust solution to its own problems that are in harmony with different programs and initiative of the government। ਇਹ ਸਟੈਪ ਉਹੀ ਹੈਗਾ ਕਿ ਜਿਹੜਾ ਸਵੈ ਨਿਰਭਰ, ਜਿਹੜਾ ਆਤਮ ਨਿਰਭਰ ਦੀ ਤਰਫ ਸਲਾਈਡ ਚੇਂਜ ਹੋਣ 'ਚ ਟਾਈਮ ਲੱਗ ਜਾਂਦਾ ਹੈ। ਮਨਿੰਦਰ ਜੀ ਨੈਕਸਟ ਸਲਾਈਡ। ਜੀ ਸਰ। ਆਵਾਜ਼ ਘੱਟ ਆ ਰਹੀ ਮੇਰੀ? ਹਾਂਜੀ ਹਾਂਜੀ, ਆਵਾਜ਼ ਨਹੀਂ ਸੀ ਆ ਰਹੀ ਸਰ। ਓਕੇ ਚਲੋ let me see। So job readiness, if we look back at these schemes we will find that these are initiative in phases since 2014। ਜਿਵੇਂ ਮੈਂ ਦੱਸ ਰਿਹਾ ਸੀਗਾ ਕਿ ਐਫਰਟ ਤੇ ਈਵਨ 2007 ਤੋਂ ਸ਼ੁਰੂ ਕੀਤੇ ਹੋਏ ਆ। ਜੇ ਆਪਾਂ ਯਾਦ ਕਰੀਏ ਤੇ ਸਕਿੱਲ ਇਨੀਸ਼ੀਏਟਿਵ ਸਕੀਮ ਦੇ ਨਾਮ ਦੇ ਉੱਤੇ ਵੀ ਐਫਰਟ ਜਿਹੜੀ ਸੀਗੀ ਉਹ ਜੌਬ ਰੈਡੀਨੈਸ ਵਾਸਤੇ ਹੀ ਇਸ ਹਰ ਐਜੂਕੇਸ਼ਨ ਪਾਲਿਸੀ ਦਾ ਮਕਸਦ ਰਹਿੰਦਾ ਹੈ। So the current COVID-19 crisis has proved the validity and necessity of such self-reliant society, and it also aimed in redirecting an unemployed youth to find employment through a self-sustained skill-based model। ਪਰਪਸ ਇਹੀ ਹੈ ਕਿ ਆਪਣੀ ਰੋਜੀ ਰੋਟੀ ਵਧੀਆ ਤਰੀਕੇ ਦੇ ਨਾਲ ਕਮਾਉਣ ਯੋਗ ਹਰ ਬੱਚੇ ਨੂੰ ਕੀਤਾ ਜਾ ਸਕੇ। ਨੈਕਸਟ। ਸਸਟੇਨੇਬਲ ਡਿਵੈਲਪਮੈਂਟ ਗੋਲਸ, ਇਹ ਹਰ ਐਜੂਕੇਸ਼ਨ ਪਾਲਿਸੀ ਦਾ ਬੇਸਿਕ ਆਬਜੈਕਟਿਵ ਹੁੰਦਾ ਕਿ ਡਿਵੈਲਪਮੈਂਟ ਸ਼ੁੱਡ ਬੀ ਸਸਟੇਨੇਬਲ, ਜਿਹੜੀ ਚਲਦੀ ਰਵੇ, ਜਿਹੜੀ ਵਾਜਬ ਹੋਵੇ ਔਰ ਜਿਹੜੀ ਯੋਗ ਹੋਵੇ ਡਿਵੈਲਪਮੈਂਟ, ਅਜਿਹੀ ਡਿਵੈਲਪਮੈਂਟ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਜੇ ਆਪਾਂ ਇਸ ਸਲਾਈਡ ਦੇ ਸਸਟੇਨੇਬਲ ਡਿਵੈਲਪਮੈਂਟ ਗੋਲਸ ਦੇ ਉੱਤੇ ਡਿਫਰੈਂਟ ਜਿਹੜੇ ਪੈਰਾਮੀਟਰਸ ਹੁੰਦੇ ਆ ਇਸ ਸਲਾਈਡ ਦੇ ਵਿੱਚ ਫੋਟੋ ਨਾਲ ਸ਼ੋ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਟ ਇਹਦੇ ਵਿੱਚ ਅਸੀਂ ਐਜੂਕੇਸ਼ਨ ਪਾਲਿਸੀ ਦੇ ਵਿੱਚ ਦੱਸਿਆ ਕਿ ਯੂਨਾਈਟਿਡ ਨੇਸ਼ਨ ਨੇ 17 ਸਸਟੇਨੇਬਲ ਗੋਲਸ ਜਿਹੜੇ ਆ ਡਿਫਾਈਨ ਕੀਤੇ ਆ ਐਜ਼ ਪ੍ਰਾਇਮਰੀ ਐਜੂਕੇਸ਼ਨ, ਉਹ ਐਜੂਕੇਸ਼ਨ ਦੇ ਆਬਜੈਕਟਿਵਸ ਦੇ ਵਿੱਚ ਹੀ ਆ ਜਾਂਦੇ ਆ। ਸੋ ਇਹ ਪਾਲਿਸੀ ਜਿਹੜੀ ਹੈ ਉਹਨੂੰ ਪੂਰਾ ਕਰੇਗੀ। ਨੈਕਸਟ। ਨੈਕਸਟ, ਐਜੂਕੇਸ਼ਨ ਐਜ਼ ਇਕੋਨਮੀ ਬੂਸਟਰ, ਜਿਹੜਾ ਵਿੱਤੀ ਜਿਹੜੀ ਆਪਣਾ ਹੈਗਾ ਉਹ ਸੁਧਾਰ ਹੋਵੇਗਾ, ਇਹ ਇਹਦੇ ਆਬਜੈਕਟਿਵ ਹੈਗੇ ਆ, ਜਿਹਨੂੰ ਕਿ ਆਪਾਂ ਗ੍ਰੋਸ GDP ਜਿਹੜਾ ਹੈ, ਗ੍ਰੋਸ ਡੋਮੈਸਟਿਕ ਪ੍ਰੋਡਕਟ ਆਫ 6% ਟੂ ਬੀ ਇਨਵੈਸਟਡ ਫॉर ਅਚੀਵਿੰਗ ਥੀਸ ਗੋਲਸ। ਜਿਹੜੇ ਇਸ ਐਜੂਕੇਸ਼ਨ ਪਾਲਿਸੀ ਦੇ ਗੋਲਸ ਹੈਗੇ ਆ, ਕੀ ਹੈਗੇ ਆ ਗੋਲਸ? ਜੇ ਆਪਾਂ ਦੇਖੀਏ, promoting cultural heritage, increasing gross enrollment ratio in higher education। ਤੁਹਾਨੂੰ ਸਾਰਿਆਂ ਨੂੰ ਇਹ ਜਾਣ ਕੇ ਬੜਾ ਦੁੱਖ ਹੋਏਗਾ ਕਿ ਇਸ ਵੇਲੇ ਆਪਣਾ ਹਾਇਰ ਐਜੂਕੇਸ਼ਨ ਦਾ ਜਿਹੜੇ ਬੱਚੇ ਆਪਟ ਕਰਦੇ ਹਾਇਰ ਐਜੂਕੇਸ਼ਨ, ਉਹ ਬਹੁਤ ਹੀ ਘੱਟ ਹੈਗਾ। ਹਜੇ ਵੀ ਸਾਡੇ ਪਿੰਡ ਕਈ ਐਸੇ ਹੈਗੇ, ਕਈ ਐਸੇ ਟਾਊਨ ਹੈਗੇ ਜਿੱਥੇ ਹਾਇਰ ਐਜੂਕੇਸ਼ਨ ਦੀ ਅਵੇਲੇਬਿਲਿਟੀ ਹੀ ਨਹੀਂ ਹੈ ਔਰ ਬੱਚੇ ਆਪਟ ਵੀ ਨਹੀਂ ਕਰਦੇ ਹਾਇਰ ਐਜੂਕੇਸ਼ਨ। ਸਕੂਲ ਲੀਵਰਸ ਜਿਹੜੀ ਮੈਂ ਗੱਲ ਕੀਤੀ, ਡ੍ਰੌਪ ਆਊਟਸ ਹਜੇ ਬਹੁਤ ਜ਼ਿਆਦਾ ਹੈਗੇ। ਸੋ ਇਹ ਜਿਹੜੇ ਸਟੈਪਸ ਹੈਗੇ ਆ ਉਹਨੂੰ ਕਰਵ ਕਰਨਗੇ। ਐਸਪਾਇਰਿੰਗ more and more youth to pursue higher education, creating a pool of talented and skilled youth who aspire to build the nation and boost national economy। ਆਪਾਂ ਜੇ ਪ੍ਰਾਈਮ ਮਿਨਿਸਟਰ ਮੋਦੀ ਦੀ ਸਪੀਚ ਨੂੰ, ਜਿਹੜੀ ਫਸਟ ਈਅਰ ਦੀ ਉਹਨਾਂ ਦੇ ਪਿਛਲੇ ਟੈਨਿਓਰ ਦੀ ਸਪੀਚ ਨੂੰ ਵੀ ਯਾਦ ਕਰੀਏ ਤੇ ਬਾਰ-ਬਾਰ ਤੁਸੀਂ ਇਹ ਸਕਿਲਡ ਯੂਥ ਦਾ ਸ਼ਬਦ ਹਰ ਜਗ੍ਹਾ ਤੇ ਸੁਣੋਗੇ ਔਰ ਸਕਿਲ ਡਿਵੈਲਪਮੈਂਟ ਦਾ ਜਿਹੜਾ ਸ਼ਬਦ ਹੈ ਹਰ ਜਗ੍ਹਾ ਤੇ ਸੁਣੋਗੇ। ਇਸੇ ਕਰਕੇ ਅਸੀਂ ਅੱਜ ਜ਼ਰੂਰਤ ਸਮਝੀ ਕਿ ਇਹ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੂੰ ਸਾਡੇ ਡਿਪਾਰਟਮੈਂਟ ਦੇ ਵਿੱਚ ਬ੍ਰੌਡਲੀ ਡਿਸਕਸ ਕੀਤਾ ਜਾਵੇਗਾ, ਕੀਤਾ ਜਾ ਰਿਹਾ ਹੈ। ਸਾਡੇ ਜਿਹੜੇ ਪ੍ਰਿੰਸੀਪਲ ਸੈਕਟਰੀ ਸਾਹਿਬ ਹੈ ਉਹਨਾਂ ਨੇ ਇਹਨੂੰ ਬੜੀ ਪ੍ਰਾਇੋਰਿਟੀ ਦਿੱਤੀ ਹੈ। ਉਹ ਵੀ ਇਹਦੇ ਮੁਤਾਬਿਕ ਸਕਿੱਲ ਡਿਵੈਲਪਮੈਂਟ ਦੇ ਸਟਰਕਚਰ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਚੇਂਜਸ ਸਾਨੂੰ ਲਿਆਉਣੀਆਂ ਪੈਣਗੀਆਂ ਔਰ ਇਹਦਾ ਜਿਹੜਾ ਜਿਹਨੂੰ ਮੈਂ ਕਿਹਾ ਸੀਗਾ ਕਿਸੇ ਤੁਹਾਡੇ ਨਾਲ ਮਿਲਦੇ ਹੋਏ ਕਦੀ ਪਹਿਲਾਂ ਵੀ, ਕਿ ਹੋਰ ਸਾਨੂੰ ਸਟਰਕਚਰ ਜਿਹੜਾ ਹੈ ਬ੍ਰੌਡ ਐਂਡ ਵਾਈਡਨ ਕਰਨਾ ਪਏਗਾ।
ਜਿਹੜੀ ਇਹਦੀ ਡਿਵੈਲਪਮੈਂਟ ਵੀ ਹੋਰ ਵਧੀਆ ਤਰੀਕੇ ਨਾਲ ਕਰਨੀ ਪਏਗੀ। ਇਹ ਕਈ ਵਾਰੀ ਹੁੰਦਾ ਕਿ ਅਸੀਂ ਕਾਲੀ ਦੇ ਵਿੱਚ ਇਸ ਤਰ੍ਹਾਂ ਦਾ ਸਟਰਕਚਰ ਇਵੋਲਵ ਕਰ ਦਿੰਦੇ ਆ ਕਿ ਉਹਦੀ ਗਰੋਥ ਤੇ ਕਰ ਦਿੰਦੇ ਆ, ਬਟ ਉਹਦੀ ਕੁਆਲਿਟੀ ਨਹੀਂ ਮੈਨੇਜ ਕਰ ਪਾਉਂਦੇ। ਸੋ ਸਾਰੇ ਸਟੈਪਸ ਉਸੇ ਨੂੰ ਸੋਚ ਕੇ ਕੀਤੇ ਜਾ ਰਹੇ ਆ ਕਿ ਉਹਨੂੰ ਬ੍ਰੌਡ ਵੀ ਕੀਤਾ ਜਾਵੇ, ਨਾਲ ਉਹਦੀ ਕੁਆਲਿਟੀ ਵੀ ਮੇਨਟੇਨ ਕੀਤੀ ਜਾਵੇ। So it will stress on vocational studies and support through funding. Incubation centers reinforce boosting economy through entrepreneurship. Naturally, ਜਿਸ ਜਿਵੇਂ ਆਪਾਂ ਚਾਈਨਾ ਦੀ ਗੱਲ ਕਰੀਏ ਤੇ ਚਾਈਨਾ ਦੀ ਬਿਗੇਸਟ ਫੋਰਸ ਜਿਹੜੀ ਹੈਗੀ ਹੈ, ਉਹਨਾਂ ਦੇ ਜਿਹੜੇ ਵਰਕਰਸ ਦੀ ਤਾਕਤ ਹੀ ਹੈਗੀ ਹੈ, ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਹੈਗੀ ਹੈ, ਜਿਹੜੇ ਉਹਨਾਂ ਦੇ ਸਕਿਲਡ ਵਰਕਰ ਹੈ। ਇੱਕੋ ਹੀ ਚੀਜ਼ ਜੇ ਤੁਸੀਂ ਆਪਾਂ ਜਿਹੜੀ ਕਾਮਨ ਚੀਜ਼ ਅਵੇਲੇਬਲ ਹੈ, LED ਲਾਈਟਸ ਦੀ ਹੀ ਗੱਲ ਕਰਾਂ, ਜਿਹੜੀ ਤੁਸੀਂ ਦੀਵਾਲੀ ਤੇ ਅਸੀਂ ਲੋਕ ਯੂਜ਼ ਕਰਦੇ ਹਾਂ ਚਾਈਨੀਜ਼, ਉਹ ਸੇਮ LED ਲਾਈਟ ਉਹਨਾਂ ਦੀ 2 ਰੁਪਏ ਦੀ ਵੀ ਅਵੇਲੇਬਲ ਹੈ, 20 ਰੁਪਏ ਦੀ ਅਵੇਲੇਬਲ ਹੈਗੀ ਹੈ, 200 ਰੁਪਏ ਦੀ ਵੀ ਅਵੇਲੇਬਲ ਹੈਗੀ, 2000 ਦੀ ਵੀ। ਮਤਲਬ ਇੰਨੀ ਉਹਨਾਂ ਦੀ ਸਕਿੱਲ ਦੇ ਵਿੱਚ ਵੈਰਾਈਟੀ ਹੈਗੀ ਹੈ, ਔਰ ਪ੍ਰੋਡਕਸ਼ਨ ਦਾ ਜਿਹੜਾ ਉਹਨਾਂ ਦਾ ਕੁਆਂਟਮ ਹੈਗਾ ਬਹੁਤ ਜ਼ਿਆਦਾ। ਵਰਕਰ ਸੋਚੋ ਕਿੰਨੇ ਹੋਣਗੇ, ਔਰ ਹਾਊ ਦੇ ਮੈਨੇਜ ਦੇ। ਇਸੇ ਵੱਲ ਇੰਡੀਆ ਚੱਲ ਰਿਹਾ ਤੇ ਇਹਦੇ ਨਾਲ ਜਿਹੜੀ ਹੈ ਸਾਡੀ ਇਕਨੋਮੀ ਬੂਸਟ ਹੋਣਾ ਬਟ ਨੈਚੁਰਲ ਹੈ ਜੇ ਸਾਡੀ ਸਕਿੱਲ ਫੋਰਸ ਵਧੀਆ ਹੋਏਗੀ। ਨੈਕਸਟ ਮੈਡਮ। ਹੋ ਗਿਆ ਸਰ? ਹਾਂਜੀ, ਲੋ ਤੁਸੀਂ ਲੋ ਨੈਕਸਟ ਹੁਣ ਕੰਟੀਨਿਊ ਪਲੀਜ਼। ਜੀ ਸਰ। Internationalization of higher education. Internationalization of higher education is added first time to educational policy of India. ਜੋ ਸਾਡੀ ਐਜੂਕੇਸ਼ਨ ਹੈ ਉਹਦਾ ਇੰਟਰਨੈਸ਼ਨਲਾਈਜੇਸ਼ਨ ਪਹਿਲੀ ਵਾਰ ਕੀਤਾ ਗਿਆ। ਮਤਲਬ ਹੈ ਕਿ ਸਾਡੀ ਐਜੂਕੇਸ਼ਨ ਨੂੰ ਵੀ ਪੂਰੇ ਵਰਲਡ ਲੈਵਲ ਤੇ ਖਾਣਾ ਬਣਾ ਦਿੱਤਾ ਗਿਆ, ਉਹਦੇ ਬਰਾਬਰ ਇੰਟਰਨੈਸ਼ਨਲ ਲੈਵਲ ਦੀ ਜੋ ਐਜੂਕੇਸ਼ਨ ਹੈ, ਜਿਹਦੇ ਕਰਕੇ ਸਾਡੇ ਯੂਥ ਨੂੰ, ਸਾਡੇ ਬੱਚਿਆਂ ਨੂੰ ਬਾਹਰ ਜਾਣਾ ਪੈ ਰਿਹਾ। ਔਰ ਇੰਡੀਆ ਦੀ ਐਜੂਕੇਸ਼ਨ ਦੀ ਉੱਥੇ ਜਾ ਕੇ ਉਹਨਾਂ ਨੂੰ ਉਹ ਵੈਲਿਊ ਨਹੀਂ ਸੀ ਮਿਲਦੀ ਜੋ ਉਹਨਾਂ ਨੂੰ ਮਿਲਣੀ ਚਾਹੀਦੀ ਸੀ, ਕਿਉਂਕਿ ਉੱਥੇ ਜਾ ਕੇ ਵੀ ਉਹਨਾਂ ਨੂੰ ਸਟੱਡੀ ਕਰਨੀ ਪੈਂਦੀ ਸੀ ਤਾਂ ਸਾਡੇ ਜਿਹੜੇ ਬੱਚੇ ਹੈ ਉਹ ਕੰਮ ਕਰਨ ਦੇ ਉੱਤੇ ਲਾਇਕ ਹੁੰਦੇ ਸੀ। ਪਰ ਹੁਣ ਅੱਜ ਦੀ ਜਿਹੜੀ ਸਾਡੀ ਐਜੂਕੇਸ਼ਨ ਪਾਲਿਸੀ ਹੈ ਜੋ ਇੰਪਲੀਮੈਂਟ ਹੋ ਜਾਏਗੀ ਬਹੁਤ ਜਲਦੀ, ਉਹਦੇ ਹਿਸਾਬ ਨਾਲ ਜੋ ਇੰਡੀਆ ਤੋਂ ਬੱਚਾ ਪੜ੍ਹ ਕੇ ਅਗਰ ਬਾਹਰ ਜਾਂਦਾ ਹੈ ਸੈਟਲ ਹੋਣ ਲਈ, ਤਾਂ ਉੱਥੇ ਜਾ ਕੇ ਉਸਨੂੰ ਦੁਬਾਰਾ ਤੋਂ ਸਟੱਡੀ ਨਹੀਂ ਕਰਨੀ ਪਏਗੀ। It targets on creating India as a knowledge hub, attracting foreign nationals and to promote research collaborations and student exchanges between Indian institutions and global institutions through organized efforts. ਇਹ ਜਿਹੜੇ ਟਾਰਗੇਟ ਹੈ, ਇਸਦੇ ਉਦੇਸ਼ ਹੈ, ਉਹ ਇੰਡੀਆ ਨੂੰ ਐਜ਼ ਅ ਨੌਲੇਜ ਹੱਬ ਦੇ ਤੌਰ ਤੇ ਉਭਾਰਨ ਦੇ ਹੈ, ਜਿਸ ਦੇ ਨਾਲ ਕਿ ਬਹੁਤ ਸਾਰੀਆਂ ਜਿਹੜੀਆਂ ਫੋਰਨ ਯੂਨੀਵਰਸਿਟੀਜ਼ ਹੈ, ਫੋਰਨ ਕਾਲਜਿਸ ਹੈ, ਉਹ ਇੰਡੀਆ ਦੀਆਂ ਯੂਨੀਵਰਸਿਟੀਜ਼ ਤੇ ਕਾਲਜਿਸ ਦੇ ਸਹਿਯੋਗ ਦੇ ਨਾਲ ਜਿਹੜਾ ਸਾਡੇ ਵਿਦਿਆਰਥੀਆਂ ਦਾ ਐਕਸਚੇਂਜ ਹੈ ਉਹ ਆਪਸ ਵਿੱਚ ਕਰਨਗੇ। ਐਜੂਕੇਸ਼ਨ ਦੇ ਗੋਲਸ, ਐਜੂਕੇਸ਼ਨ ਦੇ ਕਰਿਕੂਲਮ, ਇਹ ਸਾਰੇ ਆਪਸ ਵਿੱਚ ਸਾਂਝੇ ਕੀਤੇ ਜਾਣਗੇ। ਤਕਰੀਬਨ ਸੁਣਨ ਵਿੱਚ ਇਹ ਆਇਆ ਹੈ ਨਿਊਜ਼ ਦੇ ਰੈਫਰੈਂਸ ਦੇ ਨਾਲ ਕਿ ਤਕਰੀਬਨ 100 ਕਾਲਜਿਸ ਤੇ ਯੂਨੀਵਰਸਿਟੀਜ਼ ਮਿਲ ਕੇ ਇੰਡੀਆ ਵਿੱਚ ਆ ਕੇ ਇੱਥੇ ਆਪਣੇ ਆਪ ਨੂੰ ਜਿਹੜਾ ਇੰਟਰ ਐਕਸਚੇਂਜ ਹੁੰਦਾ ਸਟੂਡੈਂਟਸ ਦਾ ਤੇ ਕਰਿਕੂਲਮ ਦਾ, ਉਹ ਇੰਡੀਆ ਦੇ ਵਿੱਚ ਆ ਕੇ ਇੰਡੀਆ ਦੇ ਸਟੂਡੈਂਟਸ ਨੂੰ ਫੈਸਿਲਿਟੇਟ ਕੀਤਾ ਜਾਵੇ। Exchange of credits between foreign universities and home institutes will be permitted to be counted for the award of degree in appreciation as per the high education institutes. This is a multi-beneficiary significant reform that should benefit in seamless education and industrial jobs across the world. ਇਹਦੇ ਨਾਲ ਬਹੁਤ ਸਾਰੇ ਮਲਟੀ ਬੈਨੀਫਿਟਸ ਹੋਣਗੇ, ਬਹੁਤ ਸਾਰੇ ਬੈਨੀਫਿਟਸ ਹੋਣਗੇ ਔਰ ਇਹਦਾ ਬਹੁਤ ਜ਼ਿਆਦਾ ਮਹੱਤਵ ਵੱਧ ਜਾਏਗਾ, ਜਿਸ ਨਾਲ ਕਿ ਜਿਹੜੀ ਸਾਡੀ ਐਜੂਕੇਸ਼ਨ ਹੈ ਉਹ ਸੀਮਲੈਸ ਹੋ ਜਾਏਗੀ, ਭਾਵ ਕਿ ਉਸ ਤੇ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਬੈਰੀਅਰਸ ਨਹੀਂ ਹੋਣਗੇ। ਸਾਡੇ ਜਿਹੜੇ ਸਟੂਡੈਂਟਸ ਹੈ ਉਹ ਇੰਟਰਨੈਸ਼ਨਲ ਲੈਵਲ ਦੀ ਐਜੂਕੇਸ਼ਨ ਨੂੰ ਅਡਾਪਟ ਕਰਕੇ ਇੰਟਰਨੈਸ਼ਨਲ ਲੈਵਲ ਤੇ ਕਿਤੇ ਵੀ ਜਾ ਕੇ ਜੌਬਸ ਨੂੰ ਲੈ ਸਕਦੇ। It will also boost international business relations in not only in education but in sports services and other sectors also, as the passed out students would have become more aware with Indian culture, socio-economic diversity, trade regulations, industry stands and many more.
ਇਸ ਦੇ ਨਾਲ ਕੀ ਫਾਇਦਾ ਹੋਏਗਾ ਕਿ ਸਾਡਾ ਸਿਰਫ ਇੰਟਰਨੈਸ਼ਨਲ ਜੋ ਐਜੂਕੇਸ਼ਨ ਦੇ ਨਾਲ ਰਿਲੇਟਡ ਬਿਜ਼ਨਸ ਹੈ ਸਿਰਫ ਉਹ ਹੀ ਬੂਸਟ ਅਪ ਨਹੀਂ ਹੋਏਗਾ। ਜਦੋਂ ਸਾਡੇ ਪੜ੍ਹੇ ਹੋਏ ਬੱਚੇ ਪਾਸ ਆਊਟ ਸਟੂਡੈਂਟਸ ਪੂਰੇ ਵਰਲਡ ਦੇ ਵਿੱਚ ਜਾਣਗੇ, ਉੱਥੇ ਆਪਣਾ ਸਕਿੱਲ ਦਿਖਾਣਗੇ, ਤਾਂ ਉਹਦੇ ਨਾਲ ਸਾਡਾ ਇੰਡੀਆ ਦਾ ਜਿਹੜਾ ਕਲਚਰ ਹੈ ਉਹ ਸਾਰੇ ਇੰਟਰਨੈਸ਼ਨਲ ਲੈਵਲ ਦੇ ਲੋਕ ਸਾਡੇ ਇੰਡੀਅਨ ਕਲਚਰ ਦੇ ਨਾਲ ਵੀ ਰੂਬਰੂ ਹੋਣਗੇ। ਸੋਸ਼ੋ ਇਕਨੋਮਿਕ ਜਿਹੜੀ ਡਾਇਵਰਸਿਟੀ ਹੈ, ਭਿੰਨਤਾ ਹੈ, ਉਹਦੇ ਨਾਲ ਵੀ ਰੂਬਰੂ ਹੋਣਗੇ। ਸਾਡੇ ਵਪਾਰ ਦੇ ਜਿਹੜੇ ਮੌਕੇ ਆ ਉਹ ਵਧਣਗੇ ਤੇ ਇੰਡਸਟਰੀ ਸਾਡੀ ਹੋਰ ਮਜ਼ਬੂਤ ਹੋਏਗੀ। ਤਾਂ ਇਹਦੇ ਨਾਲ ਹੋਰ ਬਹੁਤ ਸਾਰੇ ਫਾਇਦੇ ਹੋਣਗੇ ਜਿਹੜੇ ਕਿ ਸਾਨੂੰ ਆਉਣ ਵਾਲੇ ਸਮੇਂ ਵਿੱਚ ਜਿਨ੍ਹਾਂ ਬਾਰੇ ਪਤਾ ਜਿਹੜਾ ਲੱਗੇਗਾ। ਐਕਸਚੇਂਜ ਆਫ ਕ੍ਰੈਡਿਟ ਹੈਗਾ, ਬੇਸਿਕਲੀ ਮੈਡਮ ਇਹ ਕਹਿਣਾ ਚਾਹ ਰਿਹਾ ਹੈ ਕਿ ਬੇਸਿਕਲੀ ਐਕਸਚੇਂਜ ਆਫ ਕ੍ਰੈਡਿਟਸ ਨੂੰ ਪਰਮਿਟ ਕਰਨਗੇ ਔਰ ਰਿਸਰਚ ਵੱਲ ਜਿਹੜਾ ਹੈ ਜ਼ਿਆਦਾ ਧਿਆਨ ਦਿੱਤਾ ਜਾਏਗਾ। ਹੁਣ ਕਿਉਂਕਿ ਮੈਂ ਕਿਹਾ ਕਿ ਕਾਫੀ ਵਾਸਟ ਸਬਜੈਕਟ ਹੈਗਾ, ਮੈਡਮ ਆਪਣੇ ਕੋਲ ਕਾਫੀ ਸਲਾਈਡਸ ਪੈਂਡਿੰਗ ਪਈਆਂ, ਸੋ ਆਈ ਵਿਲ ਰਿਕੁਐਸਟ ਯੂ ਟੂ ਕੱਟ ਸ਼ਾਰਟ, ਆਪਾਂ ਇਹਨੂੰ ਜਲਦੀ ਇਹਨੂੰ ਖਤਮ ਕਰੀਏ। ਸੋ ਨੈਕਸਟ ਇਜ਼ ਡਿਜੀਟਲਾਈਜ਼ਡ ਪੈਡਾਗੋਗੀ ਐਂਡ ਕਲਾਸਰੂਮਸ। ਪੈਡਾਗੋਗੀ ਦਾ ਮਤਲਬ ਹੁੰਦਾ ਕਿ ਜੋ ਪੜ੍ਹਾਉਣ ਦੀ ਟੈਕਨੀਕ ਹੈਗਾ ਉਸ ਨੂੰ ਡਿਜੀਟਲਾਈਜ਼ ਕਰਨ ਵੱਲ ਇਸ ਐਜੂਕੇਸ਼ਨ ਪਾਲਿਸੀ ਵੱਧ ਤੋਂ ਵੱਧ ਜਿਹੜਾ ਹੈ ਉਹਦੇ ਚ ਇਨਕਲੂਡ ਕੀਤਾ ਗਿਆ। ਖਾਸ ਕਰਕੇ ਆਨਲਾਈਨ ਐਜੂਕੇਸ਼ਨ ਦਾ ਜਿਹੜਾ ਕੋਵਿਡ ਟਾਈਮ ਰਿਹਾ, ਇਸ ਦੇ ਵਿੱਚ ਵੀ ਜਿਹੜੀ ਆਨਲਾਈਨ ਐਜੂਕੇਸ਼ਨ ਡਿਫਰੈਂਟ ਜਿਹੜੇ ਇੰਸਟੀਟਿਊਸ਼ਨਸ ਨੇ ਯੂਜ਼ ਕੀਤਾ, ਜਿਵੇਂ ਸਾਡੇ ਹੀ ਡਿਪਾਰਟਮੈਂਟ ਨੇ ਇੱਕ ਲੈਂਡਮਾਰਕ ਹੀ ਐਸਟੈਬਲਿਸ਼ ਕੀਤਾ। ਸੋ ਇਹਨੂੰ ਮੁੱਖ ਰੱਖਦਿਆਂ ਉਹਨਾਂ ਨੇ ਦੇਖਿਆ ਕਿ ਕਿਉਂ ਨਾ ਇਹਨੂੰ ਰੈਗੂਲਰ ਫੀਚਰ ਹੀ ਬਣਾ ਕੇ ਇਹਦੇ ਉੱਤੇ ਬਹੁਤ ਜ਼ਿਆਦਾ ਕੰਸਨਟਰੇਟ ਕੀਤਾ ਜਾਏਗਾ। ਜਿਹੜਾ ਇਹਦੇ ਚ ਲਿਖਿਆ ਸੈਕਸ਼ਨ 23 ਐਂਡ 24 gives detail of integrating technology through a dedicated unit for planning and development of digital infrastructure। ਮਾਸਟਰ ਕਲਾਸਰੂਮ ਜਿਹੜੇ ਹੈ, ਸਮਾਰਟ ਕਲਾਸਰੂਮ, ਇਸ ਤਰ੍ਹਾਂ ਦੀਆਂ ਕਈ ਐਕਟੀਵਿਟੀਜ਼ ਤੁਸੀਂ ਆਉਣ ਵਾਲੇ ਟਾਈਮ 'ਚ ਦੇਖੋਗੇ ਜਿਹੜੀ ਕਿ ਹਰ ਐਜੂਕੇਸ਼ਨ ਸਿਸਟਮ ਦੀ ਸ਼ੁਰੂ ਤੋਂ ਲੈ ਕੇ 5+3+3+4 ਤੋਂ ਉੱਥੋਂ ਹੀ ਸ਼ੁਰੂ ਹੋ ਕੇ ਡਿਜੀਟਲ ਪੈਡਾਗੋਗੀ ਟੈਕਨੀਕ ਜਿਹੜੀ ਹੈ ਡਿਜੀਟਲਾਈਜ਼ਡ ਉਹ ਯੂਜ਼ ਕੀਤੀ। ਨੈਕਸਟ, a layered accreditation system। accreditation system ਦਾ ਇੱਕ ਤਾਂ accrediting body ਜਿਹੜੀ ਹੈ ਉਹਦੇ ਵਿੱਚ ਸਟਰਕਚਰ ਦੇ ਚੇਂਜ ਹੋਣ ਦੀ ਉਮੀਦ ਹੈ, ਉਹ ਕਰਨਾ ਹੀ ਪਏਗਾ ਜਿਵੇਂ ਅਸੀਂ ਪਹਿਲੀ ਸਲਾਈਡ 'ਚ ਡਿਸਕਸ ਕੀਤਾ। ਫਿਰ layered accreditation system ਹੋਏਗਾ, a new layered accreditation system on campus for online distance learning ਦੇ ਵਿੱਚ ਵੀ ਇਨਕਲੂਡ ਕੀਤਾ ਜਾਏਗਾ। ਸੋ ਇਨ 21st century for India ਜਿਹੜਾ ਇਹ ਤੇ ਉਹ ਚੱਲ ਹੀ ਰਿਹਾ, ਇਹਦੇ ਵਿੱਚ ਇਹ ਚੀਜ਼ਾਂ layered accreditation system will differentiate between degree granting standalone college and a wholesome university. Affiliation system is to be stopped and teaching and research forms two major activities। teaching ਤੇ research ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਹੈ ਜ਼ੋਰ ਦਿੱਤਾ ਜਾਏਗਾ। accreditation system ਜਿਹੜੀ ਮੈਂ ਗੱਲ ਪਹਿਲਾਂ ਕੀਤੀ ਕਿ university deemed to be universities, independent universities, autonomous universities, they will all move away। ਇਹ ਤੁਸੀਂ ਆਉਣ ਵਾਲੇ ਟਾਈਮ 'ਚ ਦੇਖੋਗੇ ਬਹੁਤ ਮੇਜਰ ਚੇਂਜਸ ਹੋਣ ਦੀ ਉਮੀਦ ਹੈ। ਨੈਕਸਟ, we have around 30 slides। ਤੁਸੀਂ ਜਿਵੇਂ ਮੇਰਾ ਖਤਮ ਹੁੰਦਾ ਸ਼ੁਰੂ ਕਰ ਲਿਆ ਕਰੋ ਐਂਡ ਫਿਰ ਤੁਸੀਂ ਜਿਨ੍ਹਾਂ ਦੇ ਉੱਤੇ ਤੁਸੀਂ ਕਾਫੀ ਵਰਕ ਕੀਤਾ ਉਹਨੂੰ ਤੁਸੀਂ ਟੇਕ ਓਵਰ ਕਰ ਲਓ। ਮੇਰੀ ਆਵਾਜ਼ ਤੁਹਾਨੂੰ ਆ ਰਹੀ ਹੈ ਜਾਂ ਮਾਈਕ ਵੀ ਆਪਣਾ ਉਹਨੂੰ ਥੋੜਾ ਵੋਲਿਊਮ ਉੱਚਾ ਕਰ? ਆ ਰਹੀ ਹੈ ਆਵਾਜ਼। equipping teachers with latest technology and education methodology। ਐਜੂਕੇਸ਼ਨ ਮੈਥੋਡੋਲੋਜੀ ਦੇ ਜਿਵੇਂ ਤੁਸੀਂ ਵੀ ਬੜੇ ਲੈਕਚਰ ਲਿਆ, ਸਾਡੇ ਟੀਚਰਸ ਨੇ ਵੀ ਬੱਚਿਆਂ ਨੂੰ ਵੀ ਦੱਸਿਆ ਹੈ, ਜਿਹੜੇ ਬੱਚੇ ਇਸ ਫੀਲਡ ਦੇ ਵਿੱਚ ਐਜੂਕੇਸ਼ਨ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਆ ਉਹਨਾਂ ਲਈ ਵੀ ਇਸ ਐਜੂਕੇਸ਼ਨ ਪਾਲਿਸੀ ਦੇ ਮੁਤਾਬਕ ਬਹੁਤ ਜ਼ਬਰਦਸਤ ਅਪਰਚੂਨਿਟੀਜ਼ ਹੈਗੀਆਂ। ਔਰ ਟੀਚਰਸ ਨੂੰ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੀ ਸਰਵਿਸਿਜ਼ ਟੀਚਰਸ ਦੀ ਰੈਕਗਨਾਈਜ਼ ਕੀਤੀਆਂ ਜਾ ਰਹੀਆਂ, ਬਹੁਤ ਅੱਛੀ ਗੱਲ ਹੈਗੀ ਹੈ। ਤੋ ਇਹਨਾਂ ਨੂੰ ਲੇਟੈਸਟ ਟੈਕਨੋਲੋਜੀ ਦੇ ਨਾਲ ਔਰ ਲੇਟੈਸਟ ਐਜੂਕੇਸ਼ਨ ਮੈਥੋਡੋਲੋਜੀ ਦੇ ਟੂਲਸ ਜਿਹੜੇ ਹੈਗੇ ਆ ਉਹਦੇ ਨਾਲ ਇਕੁਇਪ ਕੀਤਾ ਜਾਏਗਾ ਫॉर ਨੌਲੇਜ ਟ੍ਰਾਂਸਫਰ। ਨੌਲੇਜ ਟ੍ਰਾਂਸਫਰ ਦਾ ਹੀ ਕੰਮ ਹੈ ਜੋ ਮੈਂ ਸ਼ੁਰੂ ਚ ਦੱਸਿਆ, ਐਜੂਕੇਸ਼ਨ ਦਾ ਮਕਸਦ ਦਾ ਡੈਫੀਨੇਸ਼ਨ ਪੜ੍ਹ ਕੇ ਤੁਹਾਨੂੰ ਸੁਣਾਈ ਹੈ। ਸੋ ਟੀਚਿੰਗ ਪੈਡਾਗੋਗੀ ਡਿਊਰਿੰਗ, ਮੈਡਮ ਪਿਛਲੀ ਸਲਾਈਡ ਕਰਨਾ। So teaching pedagogy during PhD enrollment for aspiring aspiring professors। So ਜਿਹੜੀ ਰਿਸਰਚ ਦੇ ਉੱਤੇ ਜ਼ੋਰ ਦਿੰਦੇ ਹੋਇਆ, ਸੋ ਜਿਹੜਾ ਬਾਕੀ ਡਿਵੈਲਪਮੈਂਟ ਹੋਣਗੀਆਂ ਉਹ ਕੋਰਸ ਇਨ ਐਜੂਕੇਸ਼ਨ, B.Ed, ਮੈਂਡੇਟਰੀ ਸਰਟੀਫਿਕੇਟ ਐਜੂਕੇਸ਼ਨ, ਇਹਦੀ PhD ਦੇ ਉੱਤੇ ਜ਼ੋਰ ਦਿੱਤਾ ਜਾਏਗਾ। ਨੈਕਸਟ ਸਲਾਈਡ।
So coding as a way of life. So coding for kids, ਮੈਡਮ ਨੇ ਇਹਦੇ ਵਿੱਚ ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਹਨੂੰ ਉਸੇ ਤਰੀਕੇ ਦੇ ਨਾਲ ਇਹ ਪਿਕਚਰ ਡਿਪਿਕਟ ਕੀਤੀ ਹੈ। One of the major highlights of the NEP 2020 is to teach coding to students. The government called it out as 21st century skill and that students must be familiar with it from early on. It aims to make the future generation ready with the skills that will be most required in the jobs and make them employment focused. Next. ਸੋ ਜਿਵੇਂ ਅਸੀਂ ਦੱਸਿਆ ਹੈ ਦਾ ਪਾਲਿਸੀ ਇਜ਼ ਸਕਿੱਲ ਬੇਸਡ, ਇਹਦੇ ਉੱਤੇ ਜ਼ਿਆਦਾ ਐਫਰਟ ਜਿਹੜੇ ਜ਼ਿਆਦਾ ਜ਼ੋਰ ਦਿੱਤਾ ਜਾਏਗਾ। ਹਾਈ ਕੁਆਲਿਟੀ ਮੋਡਿਊਲਸ ਟੂ ਟੀਚ ਸਾਈਨ ਲੈਂਗੁਏਜ ਮੋਰ, ਜਿਹੜੇ ਕਿ ਕੁਝ ਫਿਜ਼ੀਕਲੀ ਇੰਪੇਅਰਡ ਸਟੂਡੈਂਟਸ ਹੁੰਦੇ ਆ ਉਹਨਾਂ ਵਾਸਤੇ ਵੀ ਇਹਦੇ ਸਕਿੱਲ ਐਜੂਕੇਸ਼ਨ ਦੇਣ ਦੇ ਵਾਸਤੇ ਬਹੁਤ ਜ਼ਿਆਦਾ ਜ਼ੋਰ ਇਸ ਪਾਲਿਸੀ ਦੇ ਵਿੱਚ ਹੈਗਾ। ਨੈਕਸਟ। ਵੋਕੇਸ਼ਨਲ ਐਜੂਕੇਸ਼ਨ ਆਬਜੈਕਟਿਵ, ਇਹਨੂੰ ਸਮਝਣ ਦੀ ਲੋੜ ਹੈ ਕਿ ਸਕੂਲਸ ਕਾਲਜਿਸ ਯੂਨੀਵਰਸਿਟੀਜ਼ ਦੇ ਵਿੱਚ ਜਿਵੇਂ ਅਸੀਂ ਕਿਹਾ ਕਿ 5+3 ਤੋਂ ਬਾਅਦ ਹੀ 6ਵੀਂ ਤੋਂ ਬਾਅਦ ਜਿਹੜੀ ਵੋਕੇਸ਼ਨਲ ਐਜੂਕੇਸ਼ਨ ਸਿਸਟਮ ਵਿੱਚ ਇਨਕਲੂਡ ਹੋ ਜਾਏਗਾ। ਤੇ ਪ੍ਰੋਵਾਈਡ ਐਕਸੈਸ ਟੂ ਵੋਕੇਸ਼ਨਲ ਐਜੂਕੇਸ਼ਨ ਟੂ ਐਟ ਲੀਸਟ 50% ਆਫ ਦਾ ਲਰਨਰਸ ਬਾਈ 2025। 2025 ਤੱਕ 50% ਜਨਸੰਖਿਆ ਪੜ੍ਹਨ ਵਾਲੇ ਬੱਚਿਆਂ ਦੀ ਜਿਹੜੀ ਹੈ ਉਹ ਵੋਕੇਸ਼ਨਲ ਐਜੂਕੇਸ਼ਨ ਦੇ ਵਿੱਚ ਸਮਹਾਉ ਉਹ ਐਨਰੋਲਡ ਹੋਏਗੀ। ਸਕਿੱਲ ਡਿਵੈਲਪਮੈਂਟ ਦੀ ਪਿਕਚਰ ਬਣਾ ਕੇ ਬੜਾ ਵਧੀਆ ਦੱਸਿਆ ਕਿ ਕੰਪੀਟੈਂਸ ਉਹਦੇ ਨਾਲ ਐਨਹਾਂਸ ਹੁੰਦੀ ਹੈ, ਟ੍ਰੇਨਿੰਗ ਐਨਹਾਂਸ ਹੁੰਦੀ ਹੈ, ਐਕਸਪੀਰੀਅੰਸ ਐਨਹਾਂਸ ਹੁੰਦਾ ਹੈ, ਗਰੋਥ ਹੁੰਦੀ ਹੈ। ਸੋ ਸਕਿੱਲ ਐਜੂਕੇਸ਼ਨ ਦੀ ਜਿਵੇਂ ਮੈਂ ਦੱਸਿਆ ਕਿ ਅਸੀਂ ਪ੍ਰਾਈਮ ਮਿਨਿਸਟਰ ਸਾਹਿਬ ਦੀ ਜੇ ਪਹਿਲੀ ਸਪੀਚ ਨੂੰ ਧਿਆਨ 'ਚ ਰੱਖੀਏ ਸੋ ਉਹਦੇ ਮੁਤਾਬਕ ਵੀ ਸਕਿੱਲ ਐਜੂਕੇਸ਼ਨ ਤੇ ਬੜਾ ਜ਼ੋਰ ਦਿੱਤਾ ਗਿਆ। ਨੈਕਸਟ ਸਲਾਈਡ ਮੈਡਮ। ਉਹਨਾਂ 10 ਕੁ ਸਲਾਈਡਸ ਹੋ ਹੈਗੀਆਂ ਮੈਡਮ। ਨਾਓ ਯੂ ਕੰਪਲੀਟ। Okay, sir. Thank you. If we look at section 3, 4, and 7 of school education along with 10.8 article of National Education Policy document, skill education is given prime importance in school and higher education। ਜਿਵੇਂ ਕਿ ਸਰ ਨੇ ਦੱਸਿਆ ਹੈ ਕਿ 6th class ਤੋਂ ਬਾਅਦ ਹੀ ਇਹ ਸਾਰੀ ਜਿਹੜੀ ਸਾਡੀ ਹੈ ਵੋਕੇਸ਼ਨਲ ਐਜੂਕੇਸ਼ਨ ਹੈ ਇਹ ਨਾਲ ਦੀ ਨਾਲ ਸਟਾਰਟ ਹੋ ਜਾਏਗੀ ਔਰ ਇਸ ਨੂੰ ਬਹੁਤ ਜ਼ਿਆਦਾ ਪ੍ਰਾਈਮ ਇੰਪੋਰਟੈਂਸ ਦਿੱਤੀ ਗਈ ਹੈ ਸਕੂਲ ਐਜੂਕੇਸ਼ਨ ਦੇ ਵਿੱਚ ਵੀ ਤੇ ਹਾਇਰ ਐਜੂਕੇਸ਼ਨ ਦੇ ਵਿੱਚ ਵੀ। It is to be introduced at school level from preschool to class 12 and it aims to empower each student in one vocational skill। ਇਹਦਾ ਮੇਨ ਮੁੱਦਾ ਕੀ ਹੈ ਕਿ ਪ੍ਰੀ ਸਕੂਲਿੰਗ ਤੋਂ ਲੈ ਕੇ ਕਲਾਸ +2 ਤੱਕ ਹਰ ਇੱਕ ਸਟੂਡੈਂਟ ਦੇ ਵਿੱਚ ਘੱਟੋ ਘੱਟ ਇੱਕ ਵੋਕੇਸ਼ਨਲ ਸਕਿੱਲ ਜ਼ਰੂਰ ਹੋਵੇ। Continuing to higher education, it aims to increase the gross enrollment ratio in higher education, including vocational education, from 26.3 to 50% by 2035। ਇਹਦਾ ਮੇਨ ਉਦੇਸ਼ ਇਹ ਹੈ ਕਿ ਇਸ ਨੂੰ ਅਸੀਂ ਹਾਇਰ ਐਜੂਕੇਸ਼ਨ ਤੱਕ ਲੈ ਜਾਈਏ ਜੋ ਕਿ ਹੁਣ 26.3 ਸੀ 2018 ਦੇ ਵਿੱਚ ਔਰ ਉਸ ਨੂੰ 2035 ਤੱਕ ਗਵਰਨਮੈਂਟ ਦਾ ਟੀਚਾ ਹੈ ਕਿ ਅਸੀਂ ਇਸ ਨੂੰ 50% ਕਰ ਦਈਏ। Article 10.3 and 10.6 talks of crucial responsibilities of higher education institutes in community engagement, support for school system, as well as value-based education and environmental education। Article 10.3 10.3 ਤੇ 10.6 ਦੇ ਵਿੱਚ ਇਹਨਾਂ ਜ਼ਿੰਮੇਵਾਰੀਆਂ ਦਾ ਜ਼ਿਕਰ ਕੀਤਾ ਗਿਆ ਹੈ ਕਿ ਹਾਇਰ ਐਜੂਕੇਸ਼ਨ ਜਿਹੜੇ ਇੰਸਟੀਟਿਊਟਸ ਹੈ ਇਹਨਾਂ ਨੂੰ ਕਮਿਊਨਿਟੀ ਨੂੰ ਆਪਣੇ ਨਾਲ ਲੈ ਕੇ ਇਨਵੋਲਵ ਕਰਕੇ ਚੱਲਣਾ ਪਏਗਾ ਤੇ ਸਕੂਲ ਸਿਸਟਮ ਨੂੰ ਵੀ ਸਪੋਰਟ ਕਰਨਾ ਪਏਗਾ ਔਰ ਵੈਲਿਊ ਬੇਸਡ ਜਿਹੜੀ ਸਿੱਖਿਆ ਹੈ ਔਰ ਸਾਡੇ ਇਨਵਾਇਰਨਮੈਂਟ ਦੇ ਨਾਲ ਸੰਬੰਧਿਤ ਜਿਹੜੀ ਸਿੱਖਿਆ ਹੈ ਇਹ ਬੱਚਿਆਂ ਨੂੰ ਦੇਣ ਸੰਬੰਧੀ ਵਿਚਾਰ ਕਰਨਾ ਹੋਏਗਾ ਤੇ ਇਹ ਸਿੱਖਿਆ ਬੱਚਿਆਂ ਨੂੰ ਦੇਣੀ ਪਏਗੀ। The holistic development of an individual is aimed through positive inclusive education from school education to higher education and not only limiting to specific subjects but extended to climate, culture, values and environment awareness। ਜੋ ਵਧਾ ਕੇ ਸਾਨੂੰ ਇਸ ਨੂੰ ਆਪਣੇ ਕਲਾਈਮੇਟ ਦੇ ਨਾਲ ਕਲਚਰ ਦੇ ਨਾਲ ਵੈਲਿਊਜ਼ ਦੇ ਨਾਲ ਜੋੜਨਾ ਹੋਏਗਾ। ਇਸ ਦੇ ਨਾਲ ਸਾਡੇ ਸਟੂਡੈਂਟਸ ਜਿਹੜੀ ਥਿੰਕਿੰਗ ਹੈ ਸਾਡੇ ਸਟੂਡੈਂਟਸ ਦੀ ਥਿੰਕਿੰਗ ਸਕਿੱਲ ਵਧੇਗੀ ਔਰ ਉਹ ਇਕੋ ਫਰੈਂਡਲੀ ਜਿਹੜਾ ਲਾਈਫ ਸਟਾਈਲ ਹੈ ਉਹਨੂੰ ਅਡਾਪਟ ਕਰਨ ਦੇ ਵਿੱਚ ਅੱਗੇ ਵਧਣਗੇ।
ਤਾਂ ਇਸ ਦੇ ਨਾਲ ਇੱਕ ਮੋਸਟ ਇੰਪੋਰਟੈਂਟ ਸਾਡਾ ਇਸ ਪਾਲਿਸੀ ਦਾ ਇਹ ਹੈ ਕਿ ਇਹਦੇ ਵਿੱਚ ਆਨਲਾਈਨ ਤੇ ਡਿਜੀਟਲ ਐਜੂਕੇਸ਼ਨਸ ਵਾਸਤੇ ਵੀ ਬਹੁਤ ਵੱਡੀ ਪ੍ਰੋਵੀਜ਼ਨ ਰੱਖੀ ਗਈ ਹੈ। ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਸਾਰੇ ਆਨਲਾਈਨ ਐਜੂਕੇਸ਼ਨ ਸਟਾਰਟ ਹੋਏਗੀ, ਆਨਲਾਈਨ ਡਿਜੀਟਲ ਕੋਰਸਿਸ ਸਟਾਰਟ ਹੋਣਗੇ, ਵਰਚੁਅਲ ਲੈਬਸ ਕ੍ਰੀਏਟ ਕੀਤੀਆਂ ਜਾਣਗੀਆਂ ਜਿੱਥੇ ਕਿ ਸਾਰਾ ਇੰਫਰਾਸਟ੍ਰਕਚਰ ਡਿਜੀਟਲ ਹੋਏਗਾ। ਔਰ ਜਿਹੜਾ ਆਨਲਾਈਨ ਕੋਰਸਿਸ ਹੈ ਇਹ ਅਲੱਗ-ਅਲੱਗ ਭਾਸ਼ਾ ਦੇ ਵਿੱਚ ਸਾਰੇ ਸਟੂਡੈਂਟਸ ਲਈ, ਹਰ ਇੱਕ ਸਟੇਟ ਦੇ ਸਟੂਡੈਂਟਸ ਵਾਸਤੇ ਅਵੇਲੇਬਲ ਹੋਣ। ਤਾਂ ਸਾਡੇ ਅੱਗੇ, ਸਾਡੀ ਸਰਕਾਰ ਦੇ ਅੱਗੇ ਆਨਲਾਈਨ ਐਜੂਕੇਸ਼ਨ ਨੂੰ ਇੰਪਲੀਮੈਂਟ ਕਰਨ ਲਈ ਬਹੁਤ ਸਾਰੇ ਚੈਲੰਜਸ ਹੈ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੀ ਕੰਟਰੀ ਦੀ 30% ਜਿਹੜੀ ਪੋਪੂਲੇਸ਼ਨ ਹੈ ਉਸਨੂੰ ਕੰਪਿਊਟਰ ਨਹੀਂ ਆਉਂਦਾ। ਤਾਂ ਇਦਾਂ ਦੇ ਵਿੱਚ ਇਸਨੂੰ ਸਟਾਰਟ ਕਰਨਾ ਇੱਕ ਬਹੁਤ ਵੱਡਾ ਚੈਲੰਜ ਹੈ। ਹਰ ਇੱਕ ਬੰਦਾ ਕੰਪਿਊਟਰ ਜਾਂ ਲੈਪਟਾਪ ਅਡਾਪਟ ਨਹੀਂ ਕਰ ਸਕਦਾ। ਜਿਵੇਂ ਕਿ ਸਾਡੀ ਸੁਸਾਇਟੀ ਦੇ ਵਿੱਚ ਕਿਸਾਨ ਵੀ ਰਹਿੰਦੇ ਆ, ਕੁਝ ਲੋਅਰ ਲੈਵਲ ਦੇ ਲੋਕ ਹੈ ਜਿਹੜੇ ਕਿ ਆਪਣੀ ਰੋਜ਼ੀ ਰੋਟੀ ਆਪਣੀ ਡੇਲੀ ਦਿਹਾੜੀਆਂ ਦੇ ਨਾਲ ਚਲਾ ਰਹੇ ਨੇ, ਜਿਵੇਂ ਸਵੀਪਰਸ ਹੋ ਗਿਆ, ਵੇਟਰਸ ਹੋ ਗਿਆ, ਹਾਊਸ ਕਲੀਨਰਸ, ਮੇਡਸ ਹੋ ਗਈਆਂ, ਜਿਨ੍ਹਾਂ ਨੂੰ ਕਿ ਇਹ ਸਾਰੀਆਂ ਚੀਜ਼ਾਂ ਹਾਇਰ ਕਰਨ ਵਿੱਚ, ਪਰਚੇਜ਼ ਕਰਨ ਵਿੱਚ ਬਹੁਤ ਵੱਡੀ ਇਕਨੋਮਿਕਲੀ ਪ੍ਰੋਬਲਮ ਆ ਸਕਦੀ ਹੈ। ਔਰ ਕੁਝ ਸਾਡੇ ਇਹ ਜਿਹੜੀ ਟੀਚਰਸ ਵੀ ਐਜੂਕੇਸ਼ਨ ਪਾਲਿਸੀ ਦਾ ਜੋ ਅਸੀਂ ਡਿਸਕਸ ਕਰ ਰਹੇ ਹਾਂ, ਜਿਹੜੇ ਬੱਚੇ ਸਾਡੇ ਨਾਲ ਜੁੜੇ ਆ ਇੰਸਟ੍ਰਕਟਰਸ ਲਈ ਵੀ, ਸੋ ਇਟਸ ਅ ਮੈਸੇਜ ਕਿ देयर आर ਹਿਊਜ ਓਪਰਚੁਨਿਟੀਜ਼ ਨਾਓ ਅਵੇਲੇਬਲ। ਇਸ ਐਜੂਕੇਸ਼ਨ ਪਾਲਿਸੀ ਦੇ ਮੁਤਾਬਕ ਤੁਸੀਂ ਫੋਰਸੀ ਕਰ ਸਕਦੇ ਹੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਿਜ਼ਨਸ ਓਪਰਚੁਨਿਟੀਜ਼ ਵੀ ਕਿਹੜੀਆਂ ਡਿਵੈਲਪ ਹੋਣਗੀਆਂ। ਜਿਵੇਂ ਇਸ ਸਲਾਈਡ ਦੇ ਵਿੱਚ ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਆਨਲਾਈਨ ਡਿਜੀਟਲਾਈਜੇਸ਼ਨ ਦੇ ਉੱਤੇ ਕਾਫੀ ਜ਼ੋਰ ਦਿੱਤਾ ਗਿਆ ਹੈ। ਨੈਕਸਟ ਮੈਡਮ। So ਇਹ ਵੀ ਅਸੀਂ ਉਹੀ ਡਿਸਕਸ ਕੀਤਾ ਹੈ। The internet connectivity is not good everywhere. There are some cities of India where the people are still using. So technology friendly ਸਾਨੂੰ ਹੋਣਾ ਹੀ ਪਵੇਗਾ ਔਰ ਉਹਦੇ ਨਾਲ ਬਿਜ਼ਨਸ ਓਪਰਚੁਨਿਟੀ, ਇਕਨੋਮੀ ਵੀ ਇੰਪਰੂਵ ਹੋਏਗੀ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਹੁਣ ਡਾਟਾ ਪੈਕ ਸਸਤੇ ਹੋ ਰਹੇ ਹੈ, ਗਵਰਨਮੈਂਟ ਮੋਬਾਈਲ ਡਿਸਟ੍ਰੀਬਿਊਟ ਕਰ ਰਹੀ ਹੈ, ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਇਹ ਓਪਰਚੁਨਿਟੀਜ਼ ਤੁਹਾਡੇ ਬੱਚਿਆਂ ਲਈ ਵੀ ਹੈਗੀਆਂ। ਜਿਹੜੇ ਕਿਡਸ ਜਿਹੜੇ ਜੁੜੇ ਆ, ਦੇ ਸ਼ੁੱਡ ਬੀ ਵੈਰੀ ਮੋਟੀਵੇਟਿਡ ਵਿਦ ਦਿਸ ਐਜੂਕੇਸ਼ਨ ਪਾਲਿਸੀ ਔਰ ਆਪਣੇ ਤਰੀਕੇ ਨਾਲ ਜ਼ਰੂਰ ਇਹਨੂੰ ਪੜ੍ਹੋ। ਇਹ ਛੋਟਾ ਸਬਜੈਕਟ ਨਹੀਂ ਹੈ ਕਿ ਜਿਹਨੂੰ ਇੱਕ ਘੰਟੇ 'ਚ ਅਸੀਂ ਪੂਰਾ ਕਰ ਸਕਦੇ। ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਜਿਹੜਾ ਸਾਡਾ ਪਰਪਸ ਹੈ ਉਹਦੇ ਨਾਲ ਤੁਸੀਂ ਮੋਟੀਵੇਟ ਹੋਵੋ ਔਰ ਤੁਸੀਂ ਵੱਧ ਤੋਂ ਵੱਧ ਇਹਨੂੰ ਪੜ੍ਹੋ ਇਹਨੂੰ। ਨੈਕਸਟ। ਸੋ ਇੰਪੈਕਟ ਆਫ ਪੋਲਿਸੀ ਐਜ਼ ਪਰ ਲੀਡਿੰਗ ਨਿਊਜ਼ਪੇਪਰ। ਇਹ ਨਿਊਜ਼ਪੇਪਰ ਦੀ ਇੱਕ ਕਲਿੱਪਿੰਗ ਦਿਖਾਈ ਹੈ ਅਸੀਂ, ਜਿਹਦੇ ਵਿੱਚ ਉਹਨੇ ਮੇਜਰ ਇੰਪੈਕਟ ਜਿਹੜਾ ਦੱਸਿਆ, ਜਿਹੜਾ ਅਸੀਂ ਡਿਸਕਸ ਕੀਤਾ 5+3+3+4, ਜਿਹੜਾ 10+2 ਦਾ ਅਸੀਂ ਕਹਿੰਦੇ ਸੀਗੇ। ਸਿਸਟਮ ਤਾਂ ਉਹੀ ਹੈ, ਸਿਸਟਮ ਦੇ ਵਿੱਚ ਚੇਂਜਸ ਕਰਕੇ ਇਹ ਮਕਸਦ ਲਿਆਂਦਾ ਗਿਆ ਕਿ ਬੱਚਾ ਮਲਟੀ ਡਿਸਪਲਿਨਰੀ ਜਿਹੜੀ ਹੈ ਐਜੂਕੇਸ਼ਨ ਉਹ ਗੇਨ ਕਰ ਸਕੇ। ਡਿਲੂਟਿਡ ਬੋਰਡ ਐਗਜ਼ਾਮਸ ਟੂ ਟੈਸਟ ਓਨਲੀ ਕੋਰ ਕੰਪੀਟੈਂਸ। ਦੇਖੋ ਐਜੂਕੇਸ਼ਨ ਦਾ ਮੇਨ ਪਰਪਸ ਡੈਫੀਨੇਸ਼ਨ ਦੇ ਵਿੱਚ ਮੈਂ ਕਨਵੇ ਕਰਨ ਦੀ ਕੋਸ਼ਿਸ਼ ਕੀਤੀ, ਉਹੀ ਇਸ ਐਜੂਕੇਸ਼ਨ ਪਾਲਿਸੀ ਦਾ ਮਕਸਦ ਹੈਗਾ। देयर आर डिफरेंट टाइप्स ऑफ स्किल्स जो एजुकेशन एनहांस करती है, ਜਿਹੜੀ ਆਪਾਂ ਡਿਸਕਸ ਕਰਦੇ ਹਾਂ। ਕੋਗਨੀਟਿਵ ਸਕਿੱਲਸ, ਜਿਹੜੀ ਕਿ ਬੰਦੇ ਦੀ ਯਾਦ ਰੱਖਣ ਦੀ, ਚੀਜ਼ਾਂ ਨੂੰ ਗ੍ਰਹਿਣ ਕਰਨ ਦੀ ਸ਼ਕਤੀ। ਸਾਈਕੋਮੋਟਰ ਸਕਿੱਲ, ਜਿਵੇਂ ਆਪਾਂ ਗੱਡੀ ਚਲਾਉਂਦੇ ਆ ਕਿ ਨਾਲ ਸਾਡੀ ਸਾਈਕੋ ਵੀ, ਨਾਲ ਮੋਟਰ ਸਕਿੱਲ, ਮਕੈਨੀਕਲ ਸਕਿੱਲਸ ਔਰ ਸੋਚਣ ਦੀ ਸ਼ਕਤੀ, ਦੋਨਾਂ ਦਾ ਤਾਲਮੇਲ, ਇਹ ਚੀਜ਼ਾਂ ਡਿਵੈਲਪ ਹੋਣਗੀਆਂ। ਨੌਲੇਜ ਸਕਿੱਲਸ, ਗਿਆਨ ਦੇ ਵਿੱਚ ਵਾਧਾ ਹੋਵੇਗਾ। ਕੰਪਰੀਹੈਂਸਿਵ ਸਕਿੱਲਸ, ਸਾਰੀ ਸਕਿੱਲ ਇਕੱਠੀ ਕਰਕੇ ਆਪਾਂ ਉਹਦੇ ਵਿੱਚ ਕੁਝ ਇਵੋਲਵ ਕਰ ਸਕੀਏ। ਇਹੀ ਚੀਜ਼ਾਂ ਜਿਹੜੇ ਹੈ ਉਹ ਪੇਪਰਸ, ਜਿਹੜੇ ਕੁਐਸਚਨ ਪੇਪਰ ਹੁੰਦੇ ਉਹਨਾਂ ਦਾ ਵੀ ਇਹ ਮਕਸਦ ਹੁੰਦਾ ਹੈ ਕਿ ਇਹਨਾਂ ਸਕਿੱਲਸ ਨੂੰ ਜੱਜ ਕਰ ਸਕੀਏ। ਸੋ ਪੇਪਰ ਦਾ ਫੋਬੀਆ ਨਾ ਹੋਵੇ, ਉਹਨੂੰ ਗੈਟ ਅਵੇ ਕਰਨ ਦੇ ਲਈ ਬੋਰਡ ਦਾ ਸਿਸਟਮ ਵੀ ਡਿਲੂਟ ਕੀਤਾ ਜਾਵੇਗਾ। ਸਿਰਫ ਜਿਹੜਾ ਹੈ ਇੱਕ ਸਟੈਪ ਦੇ ਉੱਤੇ ਬੋਰਡ ਹੋਵੇਗਾ ਔਰ ਜਿਵੇਂ 8ਵੀਂ ਦਾ ਬੋਰਡ ਹੁੰਦਾ ਸੀ, 10ਵੀਂ ਦਾ, 12ਵੀਂ ਦਾ, ਅਲੱਗ-ਅਲੱਗ ਬੋਰਡਸ ਨੇ। ਡਿਲੂਟਿੰਗ ਬੋਰਡਸ। ਮਲਟੀਲਿੰਗੁਅਲ, ਇਹ ਵੀ ਆਪਾਂ ਡਿਸਕਸ ਕੀਤਾ ਹੈ। ਬੈਗਲੈਸ ਡੇਜ਼, ਇਹ ਜਿਵੇਂ ਆਪਾਂ ਸੁਣਦੇ ਸੀਗੇ ਕਿ ਸਮਾਰਟ ਸਕੂਲਸ ਹੁੰਦੇ, ਉਹਦੇ ਚ ਬੈਗ ਦਾ ਬੱਚੇ ਦਾ ਭਾਰ ਇੰਨਾ ਜ਼ਿਆਦਾ ਹੁੰਦਾ, ਸਮਾਰਟ ਸਕੂਲਸ ਦੇ ਵਿੱਚ ਉਹ ਭਾਰ ਨਹੀਂ ਹੁੰਦਾ। ਇਹ ਸਾਰੇ ਸਕੂਲਾਂ ਦੇ ਵਿੱਚ ਇਹ ਕੰਸੈਪਟ ਆਏਗਾ ਕਿ ਬੱਚੇ ਨੂੰ ਇਸ ਤਰ੍ਹਾਂ ਪੜ੍ਹਾਇਆ ਜਾਵੇਗਾ। ਫॉर colleges, set like college test, national testing agencies to conduct common college entrance exam twice a year. national agencies ਹੋਣਗੀਆਂ, ਜਿਵੇਂ ਮੈਡਮ ਨੇ ਦੱਸਿਆ ਕਿ ਇੰਟਰਨੈਸ਼ਨਲਾਈਜੇਸ਼ਨ ਆਫ ਦਿਸ ਐਜੂਕੇਸ਼ਨ ਸਿਸਟਮ ਉਹ ਬੜੀ ਈਜ਼ੀ ਹੋ ਜਾਏਗੀ। ਰੈਕਗਨਾਈਜੇਸ਼ਨ ਹੋਵੇਗੀ ਤੇ ਸਾਡਾ ਜਿਹੜਾ ਇਕੋ ਸਿਸਟਮ ਹੋਏਗਾ ਉਹਦੇ ਨਾਲ ਉਹਦੀ ਰੈਕਗਨਾਈਜੇਸ਼ਨ, ਸਾਡੇ ਕ੍ਰੈਡਿਟਸ ਦੀ ਰੈਕਗਨਾਈਜੇਸ਼ਨ ਬਾਹਰ ਹੋਏਗੀ, ਬਾਹਰਲੇ ਕ੍ਰੈਡਿਟਸ ਦੀ ਰੈਕਗਨਾਈਜੇਸ਼ਨ ਇੱਥੇ ਹੋਏਗੀ। ਨੋ ਐਫੀਲੀਏਸ਼ਨ, ਇਹਨਾਂ ਨੇ ਲਿਖਿਆ 4 year bachelor's, fee cap, going global, global लिखे, going global, top rated global universities to be facilitated to come to India.
ਇਹਦੇ ਵਿੱਚ ਪਹਿਲਾਂ ਡਿਸਕਸ ਕੀਤਾ। ਨੈਕਸਟ। ਸੋ ਇਹ ਇੱਕ ਐਵੋਲੂਸ਼ਨ ਦੇ ਸਟੈਪਸ ਦੱਸੇ ਆ ਵੀ ਕਿਵੇਂ ਅਸੀਂ ਪਹਿਲਾਂ ਹੀ ਡਿਸਕਸ ਕੀਤਾ ਹੈ ਕਿ 34 ਸਾਲ ਬਾਅਦ ਇਹ ਪਾਲਿਸੀ ਹੋਈ ਹੈ ਤੇ ਨੈਸ਼ਨਲ ਪਾਲਿਸੀ ਔਨ, ਹੁਣ ਇਹਨੂੰ NEP ਕਹਿੰਦੇ ਪਏ ਆ, ਪਹਿਲਾਂ NP ਕਹਿੰਦੇ ਸੀ, ਨੈਸ਼ਨਲ ਪਾਲਿਸੀ ਔਨ ਐਜੂਕੇਸ਼ਨ 86, ਦੈਨ ਮੋਡੀਫਾਈ 92 ਦੇ ਵਿੱਚ ਹੋਈ। ਫਿਰ ਸੁਬਰਾਮਨੀਅਮ ਕਮੇਟੀ ਰਿਪੋਰਟ, ਬੜੀ ਮਸ਼ਹੂਰ ਕਮੇਟੀ ਦੀ ਰਿਪੋਰਟ ਸੀਗੀ। ਸੋ ਗੋ ਥਰੂ ਥੀਸ ਥਿੰਗਸ ਜਿਹੜੇ ਬੱਚਿਆਂ ਦੇ ਤੌਰ ਦੇ ਉੱਤੇ ਤੁਹਾਨੂੰ ਪਤਾ ਹੋਣਾ ਚਾਹੀਦਾ। ਨੈਕਸਟ। ਐਜੂਕੇਸ਼ਨ ਹਿਸਟਰੀ ਇੰਡਸਟਰੀ। ਐਜੂਕੇਸ਼ਨ ਇੰਡਸਟਰੀ ਦੇ ਵਿੱਚ ਇਹ ਇੱਕ ਸਲਾਈਡ ਦੇ ਨਾਲ ਆਪਾਂ ਬਰੀਫ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਜਿਹੜੇ ਕਿ ਇੱਕ ਪ੍ਰਾਇਮਰੀ, ਜਿਵੇਂ ਮੈਂ ਦੱਸਿਆ ਸੀਗਾ ਕਿ ਪਹਿਲਾਂ ਇੱਕ ਪਲੇ ਸਕੂਲ ਦੀ ਇੰਡਸਟਰੀ ਡਿਵੈਲਪ ਹੋ ਗਈ, ਪ੍ਰਾਇਮਰੀ ਸਕੂਲਸ ਦੀ ਹੋ ਗਈ, ਪ੍ਰੈਪਰੇਟਰੀ, ਪ੍ਰੀ ਪ੍ਰੈਪਰੇਟਰੀ ਸਕੂਲਸ ਦੀ ਇੰਡਸਟਰੀ, ਇਹ ਡਿਫਰੈਂਟ ਟਾਈਪਸ ਆਫ ਇੰਡਸਟਰੀਜ਼ ਅਸੀਂ ਮੈਂਸ਼ਨ ਕੀਤੀਆਂ। ਐਜੂਕੇਸ਼ਨਲ institutions contribute in major way in development of this resource. They are tasked with providing the talent pool for other industries, and this is critical when completing the global economy. Internationalization होएगी, dollars का exchange होएगा, economy improve होएगी. The education system of future will focus on mastery learning, where students can learn at their own time pace. Next. सर कंप्लीट हो गया लेक्चर साਡਾ। जी सर टाइम भी हो गया जी। मैडम ਹੁਣ ਤੁਸੀਂ ਕੰਪਲੀਟ ਕਰੋ, ਮੇਰਾ ਇੱਕ ਨੈਕਸਟ ਲੈਕਚਰ ਵੀ ਹੈਗਾ, ਕਾਈਂਡਲੀ ਤੁਸੀਂ ਕੰਪਲੀਟ ਕਰੋ। ਜੀ ਸਰ ਟਾਈਮ ਵੀ ਹੋ ਗਿਆ, ਵੈਸੇ ਅਸੀਂ ਥੈਂਕਸ ਕਰ ਦਿੰਦੇ ਹਾਂ ਇਸ ਸਲਾਈਡ ਦੇ ਨਾਲ ਕਿ ਸਾਨੂੰ ਅੱਜ ਕੱਲ੍ਹ ਕੋਰੋਨਾ ਵਾਇਰਸ ਦੇ ਚੱਲਦੇ ਹੋਏ ਸਾਨੂੰ ਸਾਰਿਆਂ ਨੂੰ ਅਵੇਅਰ ਰਹਿਣਾ ਚਾਹੀਦਾ, ਆਪਣੇ ਹੈਂਡਸ ਨੂੰ ਰੈਗੂਲਰਲੀ ਵਾਸ਼ ਕਰਨਾ ਚਾਹੀਦਾ, ਆਈ ਕੰਟੈਕਟ ਨੂੰ ਅਵੋਇਡ ਕਰਨਾ ਚਾਹੀਦਾ, ਔਰ ਨੌਨ ਵੈਜ ਨੂੰ ਅੱਛੀ ਤਰ੍ਹਾਂ ਪਕਾ ਕੇ ਖਾਣਾ ਚਾਹੀਦਾ ਹੈ। ਸਾਨੂੰ ਸੋਸ਼ਲ ਡਿਸਟੈਂਸਿੰਗ ਮੇਨਟੇਨ ਰੱਖਣੀ ਚਾਹੀਦੀ ਹੈ ਤਾਂ ਜੋ ਅਸੀਂ ਇਸ ਮਹਾਮਾਰੀ ਨਾਲ ਲੜ ਸਕੀਏ। ਹੁਣ ਮੈਂ ਆਪਣੇ ਇਸ ਲੈਕਚਰ ਵਿੱਚ ਜੁੜੇ ਹੋਏ ਸਾਰੇ ਪਾਰਟਿਸਪੈਂਟਸ ਦਾ, ਸਪੈਸ਼ਲੀ ਸਾਡੇ ਡਿਪਟੀ ਡਾਇਰੈਕਟਰ ਜੀ ਮਿਸਟਰ ਵਿਜੇਂਦਰ ਧਵਨ ਜੀ, ਜਿਨ੍ਹਾਂ ਨੇ ਮੇਰਾ ਬਹੁਤ ਵਧੀਆ ਤਰੀਕੇ ਨਾਲ ਸਾਥ ਦਿੱਤਾ, ਉਹਨਾਂ ਦਾ ਵੀ ਥੈਂਕਸ ਕਰਦੀ ਹਾਂ, ਔਰ ਆਪਣੀ ਹੋਸਟ ਦਾ ਵੀ ਥੈਂਕਸ ਕਰਦੀ ਹਾਂ। ਸੋ ਥੈਂਕ ਯੂ ਆਲ। ਉਮੀਦ ਕਰਦੇ ਹਾਂ ਕਿ ਅਸੀਂ ਤੁਹਾਡੇ ਤੱਕ ਇਸ ਪਾਲਿਸੀ ਦੀ ਥੋੜੀ ਜਿਹੀ ਜਿਹੜੀ ਇਨਫੋਰਮੇਸ਼ਨ ਅਸੀਂ ਥੋੜੀ ਜਿਹੀ ਕੋਸ਼ਿਸ਼ ਕੀਤੀ ਹੈ ਕੁਝ ਹਾਈਲਾਈਟਸ ਨੂੰ ਦੱਸਣ ਦੀ, ਅਸੀਂ ਸ਼ਾਇਦ ਉਸ ਵਿੱਚ ਕਾਮਯਾਬ ਹੋ ਪਏ ਹਾਂ। ਸੋ ਥੈਂਕ ਯੂ ਆਲ, ਥੈਂਕ ਯੂ ਸੋ ਮਚ। तो बेसिक पर्पस जो सीगा, जरूर मैडम तुसी कामयाब होए हो। ਸਾਡੇ ਕੋਲ ਥੋੜਾ ਜਿਹਾ ਟਾਈਮ ਹੈਗਾ, ਆਪਣੇ ਹੋਸਟ ਹੈਗੇ ਮੇਰੇ ਖਿਆਲ ਹਰਪ੍ਰੀਤ, ਆਪਾਂ ਇਹਨੂੰ ਥੋੜਾ ਕੰਟੀਨਿਊ ਕਰਾਂਗੇ, ਬਾਅਦ ਦੇ ਵਿੱਚ ਸੈਕੰਡ ਜੁਆਇਨ ਕਰਦੇ ਆ। ਤੇ ਸੇਮ ਆਈਡੀ ਦੇ ਉੱਤੇ ਹੀ ਆ ਦੂਜਾ ਲੈਕਚਰ ਵੀ ਸਰ? ਦੂਜਾ ਪਲਾਨ ਕਰ ਲਾਂਗੇ। ਦੂਸਰਾ ਸੇਮ ਦੇ ਉੱਤੇ ਹੀ ਹੈ, ਇਸੇ ਤੇ ਹੀ ਹੈ ਨਿਮਿਸ? ਨਹੀਂ ਸਰ ਨਹੀਂ, ਉਹ ਦੂਜੀ ਆਈਡੀ ਤੇ। ਠੀਕ ਹੈ ਠੀਕ ਹੈ। तो ਆਪਾਂ ਨੂੰ ਐਂਡ ਕਰਨਾ ਪੈਣਾ ਸਰ। ਉਪਾਸਨਾ ਕੁਝ ਕਹਿ ਰਿਹਾ ਹੈ, ਅਨਮਿਊਟ ਕਰਨਾ, ਜੇ ਕਿਸੇ ਦੇ ਡਾਊਟ ਹੋਣ ਕੁਝ ਪੁੱਛ ਸਕਦੇ 2 ਮਿੰਟ। ਹਾਂਜੀ ਸਰ, ਮੈਂ ਇਹ ਕਹਿਣਾ ਚਾਹ ਰਹੀ ਸੀ ਕਿ ਜਿਹੜਾ ਇਹ ਲੈਕਚਰ ਅੱਜ ਤੁਸੀਂ ਲੈ ਕੇ ਆਏ ਕਿ ਉਹ ਆਪਣੇ ਆਪ ਨੂੰ ਹਵਾ ਜਿਹਾ ਬਣਿਆ ਰਹਿੰਦਾ ਸੀ ਕਿ 5ਵੀਂ ਦਾ ਬੋਰਡ ਆ ਗਿਆ, 8ਵੀਂ ਦਾ ਆ ਗਿਆ, 10ਵੀਂ ਦਾ ਆ ਗਿਆ, 12ਵੀਂ ਦਾ ਆ ਗਿਆ, ਇੱਕ ਹਵਾ ਜਿਹਾ ਸੀਗਾ। ਬੱਚੇ ਰਿਲੈਕਸ ਹੋਣਗੇ ਤੇ ਅੱਛੀ ਤਰ੍ਹਾਂ ਐਜੂਕੇਸ਼ਨ ਔਰ ਖਾਸੇ ਸੁਸਾਈਡ ਕੇਸ ਘਟਣਗੇ। ਸਾਡੇ ਦੇਸ਼ 'ਚ ਸੁਸਾਈਡ ਬੱਚੇ ਬਹੁਤ ਕਰ ਲੈਂਦੇ ਸੀਗੇ, ਉਹ ਵੀ ਘਟਣਗੇ। ਬੜੀ ਅੱਛੀ ਆਬਜ਼ਰਵੇਸ਼ਨ ਹੈ ਮੈਡਮ। ਇਸ ਹਊਏ ਨੂੰ ਦੂਰ ਕਰਨ ਲਈ ਹੀ ਆਪਾਂ ਇਹ ਲੈਕਚਰ ਲਿਆ। ਵਾਕਈ ਹੀ ਇਹ ਸਾਡੇ ਲਈ ਵੀ ਹਊਆ ਹੈਗਾ, ਕਿਉਂਕਿ ਡਰਾਫਟ ਪਾਲਿਸੀ 165 ਪੇਜ ਦੀ ਸੀਗੀ, ਉਸ ਤੋਂ ਬਾਅਦ 65 ਪੇਜਿਸ, 100 ਪੇਜਿਸ, ਡਿਫਰੈਂਟ ਪਾਲਿਸੀਜ਼, ਉਹਨੂੰ ਪੜ੍ਹਨ ਦੇ ਵਿੱਚ ਵੀ ਹਊਆ ਰਹਿੰਦਾ। ਬਟ ਜਿਵੇਂ ਮੈਡਮ ਉਪਾਸਨਾ ਹੈਗੇ ਟੀਚਰ ਟ੍ਰੇਨਿੰਗ ਦੇ ਨਾਲ ਵੀ ਜੁੜੇ ਆ, ਮੈਂ ਸਾਰੇ ਟੀਚਰਸ ਨੂੰ, ਸਾਰੇ ਬੱਚਿਆਂ ਨੂੰ ਵੀ ਬੇਨਤੀ ਕਰਾਂਗਾ, ਜਿਹੜੀ ਮੈਂ ਐਜੂਕੇਸ਼ਨ ਦੀ ਡੈਫੀਨੇਸ਼ਨ ਦੇ ਵਿੱਚ ਦੱਸਣਾ ਚਾਹਿਆ, ਡਿਫਰੈਂਟ ਸਕਿੱਲਸ ਦੇ ਵਿੱਚ ਦੱਸਣਾ ਚਾਹਿਆ, ਇਹ 5-6 ਸਕਿੱਲਸ ਹੁੰਦੀਆਂ, ਇਹਦੇ ਵਾਸਤੇ ਹੀ ਐਜੂਕੇਸ਼ਨ ਸਿਸਟਮ ਹੁੰਦਾ। ਸੋ ਇਹ ਹਊਆ ਨਹੀਂ ਹੈ ਸਰਕਾਰ ਦੀ ਉਤੇ, ਜਿਹੜੇ ਐਜੂਕੇਸ਼ਨਿਸਟ ਹੁੰਦੇ, ਅੱਛੀ ਪਾਲਿਸੀ ਹੈ ਸਰ, ਤੁਹਾਡੇ ਟੀਚਰ ਜਿਹੜੇ ਹੁੰਦੇ ਆ, ਉਹਨਾਂ ਦੀ ਇਹੀ ਟੈਂਡੈਂਸੀ ਹੁੰਦੀ ਹੈ ਕਿ ਬੱਚਾ ਸਿੱਖੇ, ਔਰ ਸਿੱਖਣ ਦੇ ਵਾਸਤੇ ਹੀ ਐਜੂਕੇਸ਼ਨ ਬਣਾਈ ਜਾਂਦੀ ਹੈ। ਐਜੂਕੇਸ਼ਨ ਹਊਆ ਨਹੀਂ ਹੁੰਦਾ, ਔਰ ਪੇਪਰਾਂ ਦਾ ਡਰ ਵੀ ਨਹੀਂ ਹੋਣਾ ਚਾਹੀਦਾ। ਤੁਸੀਂ ਵੱਧ ਤੋਂ ਵੱਧ ਜਿਹੜੇ ਟੌਪਿਕ ਦੇ ਵਿੱਚ ਮਾਹਰ ਹੈਗੇ ਹੋ ਉਹਨੂੰ ਧਿਆਨ ਦੇ ਨਾਲ ਪੜ੍ਹੋ। ਸੋ ਹੋਰ ਕਿਸੇ ਬੱਚੇ ਦਾ ਕੋਈ ਡਾਊਟ ਜਾਂ ਕੋਈ ਕੁਝ ਪੁੱਛਣਾ ਚਾਹੁੰਦਾ ਹੋਵੇ?
ਸੋ ਜਿੰਨੇ ਟੀਚਰਸ ਜੁੜੇ ਆ ਈਵਨ ਹਰਪ੍ਰੀਤ ਲਾਲੜੂ ਤੋਂ ਵੀ ਜਿਹੜੇ ਆਈਟਾਟ ਤੋਂ, ਮੈਂ ਚਾਹਾਂਗਾ ਕਿ ਤੁਸੀਂ ਜਰੂਰ ਇਹਨੂੰ ਤੁਸੀਂ ਵੀ ਐਕਸਪਲੋਰ ਕਰੋ, ਇਹਦੇ ਲੈਕਚਰਸ ਲੈ ਕੇ ਡਿਫਰੈਂਟ ਤੁਹਾਡਾ ਐਂਗਲ ਹੋਏਗਾ ਉਹਨੂੰ ਸਟੱਡੀ ਕਰਨ ਦਾ, ਡਿਫਰੈਂਟ ਐਂਗਲ ਹੋਏਗਾ ਉਹਨੂੰ ਡਿਸਕ੍ਰਾਈਬ ਕਰਨ ਦਾ। ਸੋ ਇਹ ਲੈਕਚਰ ਇਹਦੇ ਉੱਤੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਉੱਤੇ ਵੀ ਲਵੋ। ਤੁਹਾਡੇ ਚੋਂ ਕੋਈ ਟੀਚਰ ਐਸੇ ਹੈਗੇ ਜਿਨ੍ਹਾਂ ਨੇ ਤਿਆਰੀ ਕੀਤੀ ਹੋਈ ਜਾਂ ਕੋਈ ਲੈਕਚਰ ਲੈਣਾ ਚਾਹੁੰਦੇ ਆ ਨੈਸ਼ਨਲ ਐਜੂਕੇਸ਼ਨ ਪਾਲਿਸੀ ਤੇ, ਜਾਂ ਕੁਝ ਬੋਲਣਾ ਚਾਹੁੰਦੇ ਹੋਣ? ਸਰ ਸਾਡੇ ਨਾਲ ਇੱਕ ਜੀਟੀਓ ਗਵਰਨਮੈਂਟ ਆਈਟੀਆਈ ਤੋਂ ਜੁੜੇ ਹੋਏ ਨੇ ਜੀ, ਉਹਨਾਂ ਨਾਲ ਅਗਰ ਉਹ ਕੁਝ ਕਹਿਣਾ ਚਾਹੁੰਦੇ ਤਾਂ ਕਹਿ ਸਕਦੇ ਨੇ, ਪਲੀਜ਼। ਉਹ ਹਾਂਜੀ ਬੋਲੋ ਜੀ, ਬੋਲੋ। हेलो सर जी, गुड मॉर्निंग सर। वेरी गुड मॉर्निंग। हेलो सर, हम तो कर्नाटक से बात कर रहे हैं। हाँ हाँ हाँ, वेलकम एंड तो you can speak in any language you are comfortable. I will try to understand. ओके सर, ओके हम भी जरा हिंदी में बात करते हैं। हाँ, ओके, बहुत अच्छा हुआ आप ये न्यूज़ की, ये न्यू एजुकेशन सिस्टम के बारे में हमें बहुत सारे मैसेजेस को आप जैसे लोगों से मिल रहा है। आपको बहुत बहुत धन्यवाद। थैंक यू। थैंक यू सर। ये सभी सिस्टम, थैंक यू मैडम। ये सभी सिस्टम हमारा आईटीआई को भी लागू होता है सर? हाँ हाँ आईटीआई में कैसा? हाँ, आईटीआई सिस्टम जो है हमारा, जो स्किल मिनिस्ट्री का जो है, ये बहुत अच्छी तरह से प्रभावित होगा। मैं इसे बुरी तरह से प्रभावित नहीं, बहुत अच्छी तरह से प्रभावित होगा। जैसे मैंने बीच में लेक्चर के बोला है, इट हैज टू बी ब्रॉडन्ड, इसको और ब्रॉडन करना पड़ेगा। और एक नेशनल अम्ब्रेला के अंडर तो हम हैं पहले ही, ये हमारा लकीली हम उसी सिस्टम में हैं कि ऑलरेडी वी आर अंडर नेशनल अम्ब्रेला। और सेकंड, हम मल्टी एग्जिट मल्टी एंट्री पे जैसे सीओई में पहले काम किया, तो अब काम करना और आसान हो जाएगा, हमें उसके बारे में भी सोचना पड़ेगा। और जो स्कूल एजुकेशन में शुरू हो जाएगा, कई स्टेट्स में वोकेशनल एजुकेशन और स्किल डेवलपमेंट और आईटीआई वाला सिस्टम एक ही मिनिस्ट्री के अंडर आता है, कई स्टेट में डिफरेंट है। जैसे हमारा वोकेशनल एजुकेशन हायर एजुकेशन के अंडर आता है, इंडस्ट्रियल ट्रेनिंग हमारा टेक्निकल एजुकेशन के अंडर आता है। इसमें भी काफी स्टेट्स को चेंजेस करनी ही पड़ेंगी, कुछ धीरे धीरे करेंगे, कुछ जल्दी कर लेंगे, बट काफी इम्पैक्ट होगा हमारा जो एजुकेशन ट्रेनिंग सिस्टम है। हम अपना एजुकेशन सिस्टम कहते ही नहीं है, हमारा तो ट्रेनिंग सिस्टम है। ये सब्जेक्ट भी हायर एजुकेशन का है, हमने इसीलिए टच किया कि ये हमें इम्पैक्ट करेगा। ओके ओके, बहुत बहुत धन्यवाद सर आपको और मनिंदर कौर मैडम को भी। थैंक यू। ये आपने ये पीपीटी भी बहुत अच्छे थे, इससे हम भी ये स्क्रीनशॉट सभी लेकर हम हमारे बच्चों को भी समझते थे। This PPT will be available online also on NIMI. It will be, it is recorded, it will be. Thank you very much. Okay, thank you. So thank you everybody. बहुत बहुत शुक्रिया जी ਸਾਰਿਆਂ ਦਾ ਜਿਨ੍ਹਾਂ ਜਿਹੜੇ ਲੋਕ ਸਾਡੇ ਨਾਲ ਜੁੜੇ ਸੀਗੇ। ਔਰ ਮੈਂ ਟੀਚਰਸ ਨੂੰ ਫਿਰ ਉਹੀ ਰਿਕੁਐਸਟ ਕਰਾਂਗਾ, ਕੀਪ ਲਰਨਿੰਗ, ਕੀਪ ਟੀਚਿੰਗ। ਵਧੀਆ ਤਰੀਕੇ ਨਾਲ ਤੁਸੀਂ ਡਿਫਰੈਂਟ ਟੈਕਨੀਕਸ ਦੇ ਨਾਲ ਪੜ੍ਹਾ ਰਹੇ ਹੋ, ਬਹੁਤ ਵਧੀਆ ਗੱਲ ਹੈ ਜੀ। ਥੈਂਕ ਯੂ ਵੈਰੀ ਮਚ। ਥੈਂਕ ਯੂ ਹਰਪ੍ਰੀਤ। ਓਕੇ ਸਰ, ਥੈਂਕ ਯੂ।